वाहेगुरु जी। गुरु नानक पद पंकज बंधन, पद पंकज बंधना। सिमरो अंगद दुख निकंदना। अमरदास हृदय नित ध्याऊं, हृदय नित ध्याऊं। रामदास गुरु गुण गाऊं। गुरु अर्जन बिघनन के नाशक, बिघनन के नाशक। हर गोबिंद शुभ समत प्रकाशक। श्री हर राय नमो कर जोरी, नमो कर जोरी। श्री हर कृष्ण मनाए बहोरी। तेग बहादुर परम कृपाला, परम कृपाला। श्री गुरु गोबिंद सिंह विसाला। तरु तरा पर पुन पुन सीसा, पुन पुन सीसा। बंदों बार बार जगदीशा। जिसमें अमृत ज्ञान है, मानक भगत वैराग। श्री गुरु ग्रंथ साहिब उदद, बंदों कर अनुराग। एक ओंकार सतगुरु, ते प्रसाद सच होए। वाहेगुरु जी की फतेह, विघ्न विनाशन सोए। गुरु नानक पुरुषोत्तम, परव परावर नाथ। जुगल चरण मम बंदना, तार पर तार कर माथ। जुगल चरण मम बंदना, तार पर तार कर माथ। सतनाम श्री वाहेगुरु साहिब जीओ। पहुँचे सिंह लुटे हथियारे, जियत मिले कटिए कर डारे। गई गुरु टिग सुध तब सारी, तद तज मुरचे जात पहारी। ग्यारह जहूर हाजरा हजूर, सर्व कला भरपूर। चवर छतर तखत दे मालक, दसां पातशाहियां दी जोत जुगो जुग अटल। धन धन साहिब श्री गुरु ग्रंथ साहिब जी दी पवित्र पावन हजूरी अंदर विराजमान। परम सन्मान योग गुरु की साजी नवाजी साध संगत जी। आप जी वडभागे हो, गुरु साहिब जी की पावन हजूरी अंदर बैठ करके गुरबाणी का मनोहर कीर्तन सरवण करते हुए अपना जन्म सफल बना रहे हो। सारे मिल के बड़े प्यार सत्कार दे नाल फतेह बुलाओ जी।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੇ ਹੀ ਪਿਆਰ ਸਤਿਕਾਰ ਦੇ ਨਾਲ ਗੁਰੂ ਘਰ ਦੇ ਕੀਰਤਨੀਏ ਭਾਈ ਸਤਪਾਲ ਸਿੰਘ ਜੀ ਆਪ ਜੀ ਨੂੰ ਕੀਰਤਨ ਸਰਵਣ ਕਰਾ ਰਹੇ ਸਨ। ਹੁਣ ਸਮਾਂ ਹੋਇਆ ਹੈ ਲੜੀਵਾਰ ਗੁਰ ਇਤਿਹਾਸ ਦੀ ਪਾਵਨ ਕਥਾ ਦਾ। ਹਰ ਰੋਜ਼ ਬੜੇ ਪਿਆਰ ਸਤਿਕਾਰ ਦੇ ਨਾਲ ਆਪ ਜੀ ਇਹ ਪਾਵਨ ਕਥਾ ਸਰਵਣ ਕਰਦੇ ਹੋ। ਪਿਛੇ ਪ੍ਰਸੰਗ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਰਾਜਾ ਭੀਮ ਚੰਦ ਜਦੋਂ ਉਹਦੇ ਸਾਰੇ ਸਿਪਾਹੀ ਮੋਰਚਿਆਂ ਦੇ ਵਿੱਚ ਮਾਰੇ ਗਏ, ਉਸ ਤੋਂ ਬਾਅਦ ਉਹਨੇ ਸਾਰੇ ਰਾਜਿਆਂ ਨੂੰ ਇਕੱਠੇ ਕੀਤਾ ਹੈ ਔਰ ਸਲਾਹ ਕੀਤੀ ਹੈ ਕਿ ਅਸੀਂ ਕਿਸ ਤਰ੍ਹਾਂ ਗੁਰੂ ਸਾਹਿਬ ਜੀ ਨੂੰ ਅਨੰਦਪੁਰ ਸਾਹਿਬ ਦੇ ਵਿੱਚੋਂ ਕੱਢੀਏ। ਉਹਨਾਂ ਦੀ ਤਾਕਤ ਤੇ ਦਿਨੋਂ ਦਿਨ ਵੱਧਦੀ ਜਾ ਰਹੀ ਹੈ। ਉਹਨਾਂ ਸਾਰਿਆਂ ਨੇ ਆਖਿਆ ਵੀ ਆਪਾਂ ਆਏ ਕਿਹੜੇ ਕੰਮ ਆ, ਤੇ ਉਹ ਕੰਮ ਤੇ ਸਾਡੇ ਤੋਂ ਹੋਇਆ ਨਹੀਂ। ਹਜ਼ਾਰਾਂ ਸੂਰਬੀਰ ਆਪਾਂ ਮਰਵਾ ਲਏ, ਕੀ ਮੂੰਹ ਲੈ ਕੇ ਘਰ ਨੂੰ ਜਾਵਾਂਗੇ। ਸਾਰਾ ਜਗਤ ਪਹਾੜੀ ਰਾਜਿਆਂ ਨੂੰ ਕੀ ਆਖੇਗਾ, ਤੁਹਾਡੀ ਸੂਰਬੀਰਤਾ ਕਿੱਥੇ ਰਹਿ ਗਈ। ਇਹ ਕਹਿਣਗੇ ਲੋਕ। ਸਾਰੇ ਮਿਲ ਕੇ ਨਾ ਅਸੀਂ ਲੜੇ ਚੰਗੀ ਤਰ੍ਹਾਂ, ਜੇ ਅਸੀਂ ਪਹਿਲਾਂ ਸਾਰੇ ਚੰਗੀ ਤਰ੍ਹਾਂ ਇਕੱਠੇ ਹੋ ਕੇ ਸਾਰੀ ਸੈਨਾ ਇਕੱਠੀ ਕਰਕੇ ਹਮਲਾ ਕਰਦੇ, ਹੋ ਸਕਦਾ ਸੀ ਵੀ ਅਸੀਂ ਜਿੱਤ ਜਾਂਦੇ, ਸਾਡੀ ਜਿੱਤ ਹੁੰਦੀ। ਪਰ ਅਸੀਂ ਆਪਣੇ ਵੱਲੋਂ ਇਹ ਸੋਚ ਕੇ ਥੋੜ੍ਹੇ ਥੋੜ੍ਹੇ ਸਿਪਾਹੀ ਭੇਜ ਕੇ ਲੜੇ ਵੀ ਹਾਂ, ਲੜਾਈ ਵੀ ਕੀਤੀ ਹੈ, ਪਰ ਕੁਝ ਸਰਿਆ ਨਹੀਂ। ਇੱਕ ਗੁਰੂ ਹੈ, ਉਹਦੇ ਕੋਲ ਕੋਈ ਆਪਣਾ ਦੇਸ਼ ਵੀ ਨਹੀਂ ਹੈ, ਉਹਦੇ ਕੋਲ ਕੋਈ ਜ਼ਿਆਦਾ ਫੌਜ ਵੀ ਨਹੀਂ ਹੈ। ਇੱਕ ਨਵਾਂ ਉਹਨਾਂ ਪੰਥ ਹੀ ਸਾਜਿਆ ਹੈ ਨਾ, ਕਿਸੇ ਪਾਸੋਂ ਸਾਡੇ ਪਾਸੋਂ ਕੋਈ ਉਪਾਅ ਨਹੀਂ ਹੋਇਆ। ਸਾਰੇ ਪਹਾੜੀ ਰਾਜੇ ਭੱਜ ਕੇ ਹਾਰ ਗਏ ਹਨ। ਬਾਦਸ਼ਾਹ ਆਦਿ ਸਾਰੇ ਫਿਰ ਇਸ ਤਰ੍ਹਾਂ ਕਹਿਣਗੇ, ਫਿਰ ਤੁਹਾਡਾ ਸ਼੍ਰੇਸ਼ਠ ਜਸ ਜਿਹੜਾ ਉਹ ਕਿੱਥੇ ਰਹਿ ਜਾਏਗਾ। ਚੰਗੀ ਗੱਲ ਤਾਂ ਇਹ ਸੀ ਕਿ ਪਹਿਲਾਂ ਆਪਾਂ ਲੜਦੇ ਹੀ ਨਾ ਗੁਰੂ ਦੇ ਨਾਲ, ਸਾਡਾ ਭਰਮ ਭਾਵ ਬਣਿਆ ਹੋਇਆ ਸੀ। ਹੁਣ ਕੀ ਕੀਤਾ ਹੈ ਵੀ ਰਾਤ ਨੂੰ ਸਿੰਘਾਂ ਨੇ ਸਾਡਾ ਮੋਰਚਾ ਹੀ ਖਪਾ ਦਿੱਤਾ ਹੈ। ਸਾਡੇ ਪਾਸ ਬਹੁਤ ਸੂਰਬੀਰ ਸਨ, ਪਰ ਕੋਈ ਵੀ ਉਹਨਾਂ ਨੂੰ ਅਟਕਾ ਨਹੀਂ ਸਕਿਆ, ਉਹਨਾਂ ਦੇ ਸਾਹਮਣੇ ਅੜ ਨਹੀਂ ਸਕਿਆ। ਸਾਰਿਆਂ ਨੇ ਭਰਾਵਾਂ ਵਾਂਗ ਮਿਲ ਕੇ ਲੜਨ ਦੀ ਸਲਾਹ ਕੀਤੀ ਹੈ। ਬਹੁਤ ਲਸ਼ਕਰ ਇਕੱਠਾ ਕਰਕੇ ਹੁਣ ਤੁਸੀਂ ਸਾਰੇ ਵਿਚਾਰ ਕਰੋ ਵੀ ਸਾਡੀ ਲਾਜ ਕਿਵੇਂ ਰਹੇਗੀ, ਸਾਡੀ ਇੱਜ਼ਤ ਕਿੱਦਾਂ ਰਹਿੰਦੀ ਹੈ। ਇਹ ਸੁਣ ਕੇ ਕੇਸਰੀ ਚੰਦ ਜਿਹੜਾ ਰਾਜਾ ਸੀ, ਉਹ ਬੜਾ ਗੁੱਸੇ ਵਿੱਚ ਆ ਗਿਆ। ਕਹਿੰਦਾ ਆਹ ਕਿਹੜੀ ਵੱਡੀ ਸਲਾਹ ਕੀਤੀ ਜੀ। ਉਹ ਸਮਾਂ ਵੇਖੋ ਜਦੋਂ ਮੈਂ ਵੱਡਾ ਸੰਘਰਸ਼ ਕਰਾਂਗਾ, ਮੈਂ ਸਾਰੇ ਸਿੰਘਾਂ ਨੂੰ ਕਹਿੰਦਾ ਲਥੇੜ ਪਥੇੜ ਕਰਕੇ ਮਾਰ ਦਿਆਂਗਾ, ਕੱਟ ਵੱਢ ਕਰਾਂਗਾ ਮੈਂ। ਲੋਹਗੜ੍ਹ ਕਿਲ੍ਹੇ ਨੂੰ ਬੜਾ ਸਖਤ ਕਹਿੰਦੇ ਨੇ, ਤੇ ਮੈਂ ਰੇਤ ਦੀ ਕੰਧ ਵਾਂਗੂ ਢਾਹ ਦਿਆਂਗਾ। ਮਸਤ ਹਾਥੀ ਜਿਹੜਾ ਮਹਾਨ ਸ਼ਕਤੀ ਦਾ ਘਰ ਹੈ, ਉਹ ਸਾਡੇ ਫਿਰ ਕਿਸ ਕੰਮ ਆਵੇਗਾ ਜੇ ਹੁਣ ਉਹਦੇ ਤੋਂ ਕੰਮ ਨਾ ਲਿਆ। ਚਾਰੇ ਪਾਸਿਆਂ ਦਾ ਜਿਹੜਾ ਘੇਰਾ ਹੈ, ਜਿਹੜੀ ਫੌਜ ਹੈ, ਉਹਨੂੰ ਉੱਥੋਂ ਹਟਾ ਲਓ। ਉਹ ਸਾਰੀ ਫੌਜ ਇੱਕ ਥਾਂ ਤੇ ਇਕੱਤਰ ਕਰੋ। ਇਹ ਕੇਸਰੀ ਚੰਦ ਨੇ ਸਲਾਹ ਦਿੱਤੀ ਹੈ ਸਾਰੇ ਰਾਜਿਆਂ ਨੂੰ। ਕਹਿੰਦੇ ਸਾਰੀ ਸੈਨਾ ਮੇਰੇ ਨਾਲ ਕਰ ਦਿਓ, ਮੇਰੀ ਅਗਵਾਈ ਵਿੱਚ ਚੱਲੇ ਸਾਰੀ ਸੈਨਾ, ਤੇ ਸਾਹਮਣੇ ਹੋ ਕੇ ਦਰਵਾਜ਼ਾ ਤੋੜਾਂਗੇ ਲੋਹਗੜ੍ਹ ਕਿਲ੍ਹੇ ਦਾ। ਕਿਉਂ ਆਲਸ ਧਾਰ ਕੇ ਬੈਠੇ ਹੋ? ਤੁਸੀਂ ਮੇਰੀ ਜੰਗ ਨੂੰ ਵੇਖੋ, ਮੈਂ ਕਿੱਦਾਂ ਯੁੱਧ ਕਰਦਾ। ਇਸ ਤਰ੍ਹਾਂ ਭੋਜਨ ਖਾਂਦਿਆਂ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ
बड़े गुस्से ਵਿੱਚ ਆ ਕੇ ਨੇਤਰ ਲਾਲ ਕਰ ਲਏ। ਇਹਨਾਂ ਪਹਾੜੀ ਰਾਜਿਆਂ ਨੇ ਹੁਣ ਭੋਜਨ ਛਕ ਕੇ ਉੱਠਣਾ ਕੀਤਾ। ਸਭਾ ਲਾ ਕੇ ਫਿਰ ਸਾਰੇ ਰਾਜੇ ਬਹਿ ਗਏ, ਆਪਣੇ ਆਪ ਵਿੱਚ ਨਿਸ਼ਚਾ ਕਰਨ ਲੱਗੇ ਨੇ। ਫਿਰ ਸਾਰਿਆਂ ਨੂੰ ਸੁਣਾ ਕੇ ਗੁਲੇਰੀਆ ਰਾਜਾ ਕਹਿਣ ਲੱਗਾ, ਹੁਣ ਤੱਕ ਲੜਦੇ ਰਹੇ ਹਾਂ, ਜਿੱਤ ਪ੍ਰਾਪਤ ਨਹੀਂ ਹੋਈ। ਨਗਰ ਨੂੰ ਘੇਰਾ ਪਾਉਣ ਨਾਲ ਵੀ ਕੁਝ ਪ੍ਰਾਪਤ ਨਹੀਂ ਹੋਇਆ। ਸਿੰਘ ਆਉਂਦੇ ਜਾਂਦੇ ਰਹੇ ਨੇ। ਕਹਿੰਦਾ ਸਾਥੋਂ ਕੋਈ ਵੀ ਕਾਰਜ ਰਾਸ ਨਹੀਂ ਆਇਆ। ਲੜਾਈ ਜਾਰੀ ਰੱਖਣ ਵਾਸਤੇ ਸਾਜੋ ਸਮਾਨ ਅਤੇ ਅਨਾਜ ਬਹੁਤ ਹੈ ਗੁਰੂ ਸਾਹਿਬ ਜੀ ਦੇ ਕੋਲ। ਉਹਨਾਂ ਦੇ ਸਿੰਘ ਬਹੁਤ ਵਾਰ ਸਮਾਨ ਲੈ ਕੇ ਅੰਦਰ ਜਾ ਚੁੱਕੇ ਨੇ। ਇਹ ਸੁਣ ਕੇ ਹੰਡੂਰੀਆ ਕਹਿਣ ਲੱਗਾ, ਘੇਰਾ ਠੀਕ ਵਿਧੀ ਦੇ ਨਾਲ ਨਹੀਂ ਪਾ ਸਕੇ ਅਸੀਂ। ਘੇਰਾ ਸਾਨੂੰ ਬਹੁਤੀ ਤਕੜਾਈ ਦੇ ਨਾਲ ਪਾਉਣਾ ਚਾਹੀਦਾ ਸੀ। ਸਾਡੇ ਸਾਰੇ ਸੂਰਬੀਰ ਇਕੱਠੇ ਕਰਕੇ ਤੇ ਸਾਹਮਣੇ ਹੋ ਕੇ ਚੱਲੀਏ। ਮਸਤ ਹਾਥੀ, ਉਹਨੂੰ ਅਸੀਂ ਅੱਗੇ ਲਾ ਕੇ ਜਾਵਾਂਗੇ, ਉਹ ਦਰਵਾਜ਼ੇ ਨੂੰ ਭੰਨੇਗਾ। ਨੇਜੇ, ਬੰਦੂਕਾਂ, ਤਲਵਾਰਾਂ ਇਹ ਲੈ ਕੇ ਸਾਰੇ ਸਿਪਾਹੀ ਅੱਗੋਂ ਅੜਨਗੇ ਤੇ ਜੇ ਸਿੰਘ ਅੱਗੇ ਅੜੇ ਤਾਂ ਉਹਨਾਂ ਨੂੰ ਤੁਰੰਤ ਮਾਰਾਂਗੇ। ਉਸ ਸਮੇਂ ਸੈਨਾ ਨਹੀਂ ਪਰਸੇਗੀ, ਅਸੀਂ ਟੋਲੇ ਬੰਨ੍ਹ ਕੇ ਅੱਗੇ ਜਾਈਏ ਤੇ ਭਲੀ ਪ੍ਰਕਾਰ ਲੋਹਗੜ੍ਹ ਦੇ ਕਿਲ੍ਹੇ ਨੂੰ ਅਸੀਂ ਜਿੱਤ ਲਈਏ। ਫਿਰ ਸ਼ਹਿਰ ਵਾਲੇ ਪਾਸੇ ਆਰਾਮ ਦੇ ਨਾਲ ਆਵਾਂਗੇ ਤੇ ਗੁਰੂ ਜੀ ਜਾਂ ਤੇ ਭੱਜ ਜਾਣਗੇ ਜਾਂ ਫਿਰ ਸਾਨੂੰ ਅੱਗੋਂ ਮਿਲ ਪੈਣਗੇ। ਸਾਡਾ ਕਾਰਜ ਸਵਰ ਜਾਏਗਾ। ਅਸੀਂ ਜਾਂ ਗੁਰੂ ਨੂੰ ਜਿੰਦਾ ਪਕੜ ਲਾਂਗੇ ਜਾਂ ਫਿਰ ਮਾਰ ਦਾਂਗੇ। ਮੰਡੀ ਦਾ ਜਿਹੜਾ ਰਾਜਾ ਵਾ, ਸਾਰਿਆਂ ਦੀਆਂ ਸਲਾਹਾਂ ਸੁਣ ਕੇ ਉਹਨੇ ਅਹੰਕਾਰ ਭਰੇ ਬੋਲ ਸੁਣ ਕੇ ਫਿਰ ਕੁਝ ਕਿਹਾ ਏ। ਕਹਿਣ ਲੱਗਾ, ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੱਦੀ ਬੜੀ ਭਾਰੀ ਹੈ। ਸਾਰੇ ਮੀਰ ਪੀਰ ਉਹਨਾਂ ਦੇ ਅੱਗੇ ਆ ਕੇ ਝੁਕਦੇ ਨੇ। ਤੁਹਾਡੇ ਪਾਸੋਂ ਕਿਵੇਂ ਹੀਣੇ ਹੋ ਜਾਣਗੇ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਵੱਡਾ ਸੰਘਰਸ਼ ਕੀਤਾ ਸੀ। ਬਾਦਸ਼ਾਹ ਸ਼ਾਹ ਜਹਾਨ ਦੀ ਸਾਰੀ ਸੈਨਾ ਖਪਾ ਦਿੱਤੀ ਸੀ, ਮਿੱਟੀ ਵਿੱਚ ਮਿਲਾ ਦਿੱਤੀ ਸੀ। ਫਿਰ ਬਾਦਸ਼ਾਹ ਨੇ ਮਨ ਵਿਚਲਾ ਗੁੱਸਾ ਛੱਡ ਕੇ ਲੜਾਈ ਬਾਰੇ ਉਹਨਾਂ ਨੇ ਫਿਰ ਇਹ ਛੱਡ ਦਿੱਤਾ, ਗੁੱਸਾ ਦੂਰ ਕਰ ਦਿੱਤਾ। ਕਹਿੰਦੇ ਆਪਣੀ ਲੜਾਈ ਬਾਰੇ ਕਿਉਂ ਨਹੀਂ ਵਿਚਾਰਦੇ। ਲੜ ਮਰ ਕੇ ਕਦੀ ਤੁਸੀਂ ਜਿੱਤ ਪਾਈ ਹੈ। ਫਜ਼ੂਲ ਵਿੱਚ ਤੁਸੀਂ ਵੱਡੀ ਈਰਖਾ ਵਧਾ ਲਈ ਗੁਰੂ ਦੇ ਨਾਲ। ਸਾਰਿਆਂ ਨੇ ਇਕੱਠੇ ਹੋ ਕੇ ਝਗੜਾ ਪਾਇਆ ਹੈ। ਉਹਨਾਂ ਨੂੰ ਮਿਲ ਕੇ ਆਪਣੇ ਕਾਰਜ ਸਵਾਰਨੇ ਚਾਹੀਦੇ ਸੀ। ਗੁਰੂ ਜੀ ਜਿਹੜਾ ਵੀ ਬਚਨ ਉਚਾਰਦੇ ਨੇ ਪੂਰਾ ਹੁੰਦਾ ਹੈ। ਸਾਰੀ ਸੈਨਾ ਇਕੱਠੀ ਕਰਕੇ ਉਹਨਾਂ ਨਾਲ ਲੜਾਉਣੀ ਚਾਹੁੰਦੇ ਹੋ। ਸਾਰੀ ਤਾਕਤ ਲਾ ਕੇ ਜਿੱਤ ਪ੍ਰਾਪਤ ਕਰਨਾ ਚਾਹੁੰਦੇ ਹੋ। ਇਸ ਪਾਸੇ ਤੋਂ ਗੁਰੂ ਜੀ ਨੂੰ ਕੱਢਣਾ ਚਾਹੁੰਦੇ ਹੋ ਕਿ ਮੁੜ ਕੇ ਤੁਸੀਂ ਚਿੰਤਾ ਰਹਿਤ ਹੋ ਕੇ ਪਿੰਡ ਵਸਾ ਸਕੋ। ਤੁਸੀਂ ਪਿੰਡ ਵਸਾਉਣਾ ਚਾਹੁੰਦੇ ਹੋ। ਇਹ ਸਭ ਝੂਠ ਹੈ ਜੋ ਤੁਸੀਂ ਸੋਚਿਆ ਹੈ। ਤੁਸੀਂ ਕਿਸੇ ਵੀ ਤਰ੍ਹਾਂ ਜਿੱਤ ਪ੍ਰਾਪਤ ਨਹੀਂ ਕਰ ਸਕਦੇ। ਜਿਵੇਂ ਇੱਕ ਪਾਪੀ ਕਦੇ ਵੀ ਮੈਂ ਸਵਰਗਾਂ ਵਿੱਚ ਜਾਣਾ ਹੈ ਤੇ ਉਹ ਸਵਰਗਾਂ 'ਚ ਨਹੀਂ ਜਾ ਸਕਦਾ, ਇਸੇ ਤਰ੍ਹਾਂ ਤੁਸੀਂ ਜਿੱਤ ਪ੍ਰਾਪਤ ਨਹੀਂ ਕਰ ਸਕਦੇ। ਉਹਨਾਂ ਦੇ ਨਾਲ ਮੇਲ ਕਰ ਲਓ ਤੇ ਕਲਿਆਣ ਸਹਿਤ ਆਪਣੇ ਘਰਾਂ ਦੇ ਵਿੱਚ ਸੁੱਖ ਦੇ ਨਾਲ ਬੈਠੋ। ਮੰਡੀ ਦੇ ਰਾਜੇ ਦੇ ਬਚਨ ਸੁਣ ਕੇ ਕੇਸਰੀ ਚੰਦ ਗੁੱਸੇ ਵਿੱਚ ਆ ਗਿਆ। ਕਹਿੰਦਾ ਤੁਸੀਂ ਕਿਹੜੀ ਕਾਇਰਾਂ ਵਾਲੀ ਸਲਾਹ ਦਿੰਦੇ ਹੋ। ਮੈਨੂੰ ਤੇ ਲੱਗਦਾ ਵੀ ਤੁਹਾਡੀ ਬੁੱਧੀ ਵੀ ਗੁਰੂ ਦੇ ਪੱਖ ਵੱਲ ਦੀ ਹੈ। ਤੁਸੀਂ ਗੁਰੂ ਦਾ ਪੱਖ ਪੂਰ ਰਹੇ। ਸਵੇਰ ਹੁੰਦਿਆਂ ਮੇਰਾ ਯੁੱਧ ਦੇਖੋ, ਆਪਣੀ ਸੈਨਾ ਨੂੰ ਮੈਂ ਲੈ ਕੇ ਜਾਵਾਂਗਾ। ਸੂਰਜ ਡੁੱਬਣ ਤੋਂ ਪਹਿਲਾਂ ਜੇ ਮੈਂ ਲੋਹਗੜ੍ਹ ਨੂੰ ਤੋੜ ਨਾ ਦਿੱਤਾ, ਦਰਵਾਜ਼ਾ ਭੰਨ ਨਾ ਦਿੱਤਾ, ਇਹ ਸਮਝਿਓ ਮੈਂ ਆਪਣੇ ਪਿਓ ਦਾ ਪੁੱਤ ਨਹੀਂ। ਮੈਂ ਰਾਜਿਆਂ ਨੂੰ ਮੂੰਹ ਨਹੀਂ ਵਿਖਾਵਾਂਗਾ। ਫਿਰ ਕਹਿੰਦੇ ਜਿੱਦਾਂ ਕੋਈ ਸਾਲ ਗ੍ਰਾਮ ਦੀ ਅਵੱਗਿਆ ਕਰੇ
ਤੇ ਉਹਦੇ ਉੱਤੇ ਦੋਸ਼ ਲੱਗਦਾ ਹੈ। ਗਊ ਨੂੰ ਲੱਤ ਮਾਰਨਾ ਪਾਪ ਮੰਨਿਆ ਗਿਆ ਹਿੰਦੂ ਧਰਮ ਦੇ ਗ੍ਰੰਥਾਂ ਵਿੱਚ। ਕਹਿੰਦੇ ਵੇਦ ਪੜ੍ਹਨ ਤੋਂ ਕਿਸੇ ਨੂੰ ਹਟਾਉਣਾ ਇਹ ਪਾਪ ਮੰਨਿਆ ਗਿਆ। ਕਿਸੇ ਕਰੈਕਟਰ ਤੋਂ ਗਿਰ ਜਾਣਾ ਆਪਣੇ ਤੋਂ ਇਹ ਪਾਪ ਮੰਨਿਆ ਗਿਆ। ਕਹਿੰਦੇ ਦੇਵਤਿਆਂ ਦੀ ਨਿੰਦਾ ਕਰਨਾ ਪਾਪ ਮੰਨਿਆ ਗਿਆ ਹੈ ਤੇ ਕੰਨਿਆ ਨੂੰ ਮਾਰਨਾ ਪਾਪ ਮੰਨਿਆ ਗਿਆ ਤੇ ਨਾਲ ਆਖਿਆ ਬ੍ਰਾਹਮਣ ਨੂੰ ਮਾਰਨਾ ਜਿਹੜਾ ਰੱਬ ਦਾ ਨਾਮ ਜਪਣ ਵਾਲਾ। ਸੋ ਬ੍ਰਾਹਮਣ ਜੋ ਬਿੰਦੇ ਬ੍ਰਾਹਮਣ, ਰੱਬ ਨੂੰ ਯਾਦ ਕਰਨ ਵਾਲਾ ਜਿਹੜਾ, ਉਹਨੂੰ ਮਾਰਨਾ ਪਾਪ ਮੰਨਿਆ ਗਿਆ। ਕਿਸੇ ਬਿਨਾਂ ਕਾਰਨ ਤੋਂ ਸੰਤ ਪੁਰਸ਼ ਦੇ ਨਾਲ ਧਰੋਹ ਕਰਨਾ ਇਹ ਵੀ ਪਾਪ ਮੰਨਿਆ ਗਿਆ। ਕਹਿੰਦੇ ਲੋਹਗੜ੍ਹ ਦੇ ਉੱਪਰ ਚੜ੍ਹਾਈ ਕਰਨ ਤੋਂ ਜੇ ਮੈਂ ਮੂੰਹ ਮੋੜਾਂ ਤੇ ਸਾਰੇ ਪਾਪ ਮੇਰੇ ਸਿਰ ਤੇ ਆਉਣ, ਇੰਨਾ ਵੱਡਾ ਮੈਨੂੰ ਪਾਪ ਲੱਗੇ। ਇਕੱਠੇ ਹੋਏ ਨੇ ਕਰੀ ਲੜਾਈ, ਦੂਰ ਦੂਰ ਸਗਰੀ ਪਸਰਾਈ। ਕਹਿੰਦੇ ਅਸੀਂ ਇਕੱਠੇ ਹੋ ਕੇ ਲੜਾਈ ਨਹੀਂ ਕੀਤੀ, ਸੈਨਾ ਦੂਰ ਦੂਰ ਤੱਕ ਅਸੀਂ ਖਿਲਾਰੀ ਹੋਈ ਹੈ। ਇੱਕ ਥਲ ਸਿੰਘ ਮਿਲੈ ਤਬ ਲੜੈ, ਉੱਪਰ ਆਨ ਹੇਲ ਕੋ ਕਰੈ। ਜਦ ਸਿੰਘ ਇੱਕ ਥਾਂ ਇਕੱਠੇ ਹੋ ਜਾਂਦੇ ਨੇ, ਤੁਸੀਂ ਖਿਆਲ ਰੱਖੋ, ਇੱਕ ਥਾਂ ਦੇ ਉੱਤੇ ਸਿੰਘ ਇਕੱਠੇ ਹੋਣ ਤੇ ਉਦੋਂ ਅਸੀਂ ਲੜਾਂਗੇ, ਉਹਨਾਂ ਦੇ ਉੱਪਰ ਜਾ ਕੇ ਅਸੀਂ ਹਮਲਾ ਕਰਾਂਗੇ ਉਹਨਾਂ ਦੇ ਉੱਤੇ, ਫਤਿਹ ਪ੍ਰਾਪਤ ਕਰਕੇ ਨਗਰ ਦੇ ਵਿੱਚ ਦਾਖਲ ਹੋ ਜਾਵਾਂਗੇ। ਫਿਰ ਘਾਤ ਲਾ ਕੇ ਚੋਰਾਂ ਦੇ ਵਾਂਗ ਅਸੀਂ ਅੰਦਰ ਵੜਾਂਗੇ। ਇਹ ਜਦੋਂ ਸੁਣਿਆ ਨਾ ਤੇ ਭੀਮ ਚੰਦ ਦਾ ਹਿਰਦਾ ਆਨੰਦ ਦੇ ਨਾਲ ਭਰ ਗਿਆ। ਉਹ ਕਹਿਣ ਲੱਗਾ ਸ਼ਾਬਾਸ਼। ਹੁਣ ਕੇਸਰੀ ਚੰਦ ਦਾ ਹੋਰ ਹੌਸਲਾ ਵਧਾਉਣ ਵਾਸਤੇ ਭੀਮ ਚੰਦ ਕਹਿਣ ਲੱਗਾ ਤੂੰ ਤੇ ਬੜਾ ਵੱਡਾ ਸੂਰਮਾ ਹੈ ਬਈ, ਇਹ ਕੋਈ ਨਵਾਂ ਉਦਮ ਥੋੜ੍ਹੀ ਹੈ ਜਿਹੜਾ ਤੂੰ ਕਰਨ ਲੱਗਾ ਹੈ। ਤੂੰ ਜਦ ਵੀ ਕਦੀ ਲੜਿਆ ਹੈ, ਤੂੰ ਜੰਗ ਦਾ ਮੈਦਾਨ ਜਿੱਤ ਕੇ ਆਇਆ। ਤੇ ਕਹਿੰਦੇ ਹੁਣ ਘੇਰਾ ਹਟਾ ਦਿਓ ਅਨੰਦਪੁਰ ਦਾ, ਸਾਰੀ ਸੈਨਾ ਨੂੰ ਇੱਕ ਥਾਂ ਇਕੱਠੀ ਕਰੋ। ਤੇ ਉਸ ਵੇਲੇ ਆਖਿਆ ਵੀ ਤੇਰੀ ਸਲਾਹ ਜਿਹੜੀ ਹੈ ਉਹ ਚੰਗੀ ਲੱਗੀ ਹੈ। ਕੱਲ ਨੂੰ ਇਸ ਲੋਹਗੜ੍ਹ ਦੇ ਦਰਵਾਜ਼ੇ ਨੂੰ ਤੋੜ ਲਵੋ। ਹੁਣ ਤੋਂ ਹੀ ਤੇਜ਼ ਮਸਾਲੇ ਪਾ ਕੇ ਸ਼ਰਾਬ ਜਿਹੜੀ ਤਿਆਰ ਕਰਕੇ ਉਹ ਹਾਥੀ ਨੂੰ ਪਿਲਾ ਦਿਓ। ਸਾਰਾ ਦਲ ਲੈ ਕੇ ਹਾਥੀ ਦੇ ਪਿੱਛੇ ਜਾਵੋ ਤੇ ਮਾਰ ਦਿਓ ਜਿਹੜਾ ਵੀ ਅੱਗੇ ਆਵੇ। ਇੱਕ ਤਾਕਤ ਹੋ ਕੇ ਸਾਰੇ ਉੱਥੇ ਪਹੁੰਚੋ। ਇਸ ਪ੍ਰਕਾਰ ਗੜੀ ਨੂੰ ਆਸਾਨੀ ਦੇ ਨਾਲ ਤੋੜ ਲਓ। ਕੇਸਰੀ ਚੰਦ ਕਾਲ ਦਾ ਪ੍ਰੇਰਿਆ ਹੋਇਆ, ਮੌਤ ਉਹਨੂੰ ਖਿੱਚ ਕੇ ਲਈ ਆ ਰਹੀ, ਜਿਹਦੀ ਮੌਤ ਹੁਣ ਨੇੜੇ ਸੀ। ਇਸ ਪ੍ਰਕਾਰ ਦਾ ਪ੍ਰਣ ਕੀਤਾ ਉਹਨੇ ਤੇ ਰਾਜਾ ਕੈਲੋਰੀ ਸਾਰੀ ਤਿਆਰੀ ਕਰਨ ਲੱਗਾ। ਸਮਝਦਾ ਸੀ ਕਿ ਮੇਰੀ ਹੁਣ ਇੱਛਾ ਪੂਰੀ ਹੋ ਗਈ ਹੈ। ਜਿੱਥੇ ਕਿੱਥੇ ਡੇਰਿਆਂ ਵਿੱਚ ਇੱਕ ਆਦਮੀ ਭੇਜਿਆ, ਜਿਹਨੇ ਸਾਰੇ ਜਾ ਕੇ ਇਹ ਖਬਰ ਦਿੱਤੀ ਵੀ ਸਾਰੇ ਹੁਣ ਇਕੱਠੇ ਹੋ ਜਾਓ, ਘੇਰਾ ਛੱਡ ਦਿਓ। ਹੁਣ ਲੋਹਗੜ੍ਹ ਕਿਲ੍ਹੇ ਦੇ ਉੱਤੇ ਵੱਡਾ ਹਮਲਾ ਕਰਨਾ ਹੈ। ਬਾਅਦ ਵਿੱਚ ਸਭ ਆਸਾਨ ਹੋ ਜਾਏਗਾ ਜੇ ਅਸੀਂ ਜਿੱਤ ਗਏ। ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਅਨੰਦਪੁਰ ਸਾਹਿਬ ਦੇ ਵਿੱਚੋਂ ਕੱਢਣਾ ਹੈ। ਸਾਰੇ ਪਹਾੜੀ ਸੈਨਾ ਵਿੱਚ ਇਹ ਸਲਾਹ ਪ੍ਰਗਟ ਹੋ ਗਈ, ਸਵੇਰ ਹੁੰਦਿਆਂ ਆਪਾਂ ਕਿਲ੍ਹਾ ਫਤਿਹ ਕਰਨਾ ਹੈ। ਸਾਰੇ ਰਾਜੇ ਆਪਣੇ ਆਪਣੇ ਡੇਰਿਆਂ 'ਚ ਚਲੇ ਗਏ। ਜੰਗ ਦੇ ਕਾਰਜ ਬਾਰੇ ਉਹ ਸੋਚਦੇ ਜਾਂਦੇ ਸਨ ਕਿ ਸਵੇਰੇ ਅੰਤਲਾ ਯੁੱਧ ਹੋਵੇਗਾ। ਸਵੇਰੇ ਜਿੱਤ ਜਾਂ ਹਾਰ ਇੱਕ ਗੱਲ ਪੱਕੀ ਹੈ, ਜੇ ਤਾਂ ਉਹ ਜਿੱਤ ਜਾਂਦੇ ਤੇ ਫਿਰ ਵਾਕਈ ਅੰਤਲਾ ਯੁੱਧ ਸੀ। ਪਰ ਹੁਣ ਹਾਰ ਗਏ ਨੇ ਤੇ ਅੰਤਲਾ ਯੁੱਧ ਸਮਝ ਕੇ ਉਹਨਾਂ ਨੂੰ ਆਪਣੇ ਘਰਾਂ ਵਿੱਚ ਬਹਿ ਜਾਣਾ ਚਾਹੀਦਾ ਸੀ ਲੋਹਗੜ੍ਹ ਦੀ ਲੜਾਈ ਤੋਂ ਬਾਅਦ। ਪਰ ਫਿਰ ਆਪਣੇ ਵਚਨ ਤੋਂ ਮੁੱਕਰ ਗਏ।
ਫਿਰ ਬਾਰ-ਬਾਰ ਚੜ੍ਹਾਈਆਂ ਕਰਦੇ ਰਹੇ, ਫਿਰ ਘੇਰਾ ਹੋਰ ਤਕੜਾ ਕਰ ਦਿੱਤਾ। ਕੇਸਰੀ ਚੰਦ ਆਪਣੇ ਡੇਰੇ ਤੇ ਚਲੇ ਗਿਆ। ਹਾਥੀ ਨੂੰ ਵੇਖ ਕੇ ਉਹਨੇ ਬੜਾ ਹੰਕਾਰ ਕੀਤਾ। ਕਹਿੰਦਾ ਇਹ ਮਾਨੋ ਪਹਾੜ ਦੀ ਚੋਟੀ ਹੈ, ਇੰਨਾ ਵੱਡਾ ਬਲਵਾਨ ਹਾਥੀ ਹੈ, ਬਹੁਤ ਵੱਡਾ ਬਲ ਧਾਰ ਕੇ ਖਲੋਤਾ ਸੀ ਤੇ ਝੂਮ ਰਿਹਾ ਸੀ। ਫੌਲਾਦੀ ਤਵੇ ਤੇ ਇੱਕ ਬਹੁਤ ਵੱਡੀ ਢਾਲ ਉਹਨੇ ਮੰਗਵਾ ਕੇ ਰੱਖ ਲਈ ਤੇ ਨਾਲ ਉਹਨੇ ਸ਼ਰਾਬ ਵੀ ਮੰਗਵਾਈ ਹੈ। ਇੱਥੇ ਕਵੀ ਜੀ ਕਹਿੰਦੇ ਸਾਰ ਬਾਰਨੀ ਬਹੁਤ ਮਗਾਈ, ਸਾਰ ਸ਼੍ਰੇਸ਼ਟ, ਜਿਹਨੂੰ ਪਿੰਡਾਂ ਦੀ ਬੋਲੀ ਵਿੱਚ ਪਹਿਲੇ ਤੋੜਦੀ ਕਹਿ ਦਿੰਦੇ ਕਿ ਸਭ ਤੋਂ ਜਿਹੜੀ ਪਹਿਲਾਂ ਇੱਕ ਬੋਤਲ ਭਰੇ ਉਹਨੂੰ ਸ਼੍ਰੇਸ਼ਟ ਮੰਨਦੇ ਹਨ। ਕਹਿੰਦੇ ਉਹ ਜਿਹੜੀ ਸ਼ਰਾਬ ਸੀ ਉਹ ਮੰਗਵਾਈ, ਬਹੁਤ ਵੱਡੀ ਮਾਤਰਾ ਵਿੱਚ ਮੰਗਵਾਈ, ਕਿਉਂਕਿ ਹਾਥੀ ਨੂੰ ਪਿਆਉਣੀ ਹੈ। ਫਿਰ ਕਹਿੰਦੇ ਅਪਰ ਵਸਤ ਆਨੀ ਸਮਦਾਈ, ਤੇ ਹੋਰ ਸਾਰੀਆਂ ਵਸਤਾਂ ਵੀ ਮੰਗਵਾਉਣੀਆਂ ਕੀਤੀਆਂ। ਜਦ ਪਹਾੜੀਏ ਲੜਾਈ ਲਈ ਬਣਾਏ ਗਏ 4 ਚੁਫੇਰੇ ਦੇ ਮੋਰਚੇ, ਜਿਹੜੇ ਨਗਰ ਦੇ 4 ਚੁਫੇਰੇ ਬਣਾਏ ਹੋਏ ਸਨ, ਉਹਨਾਂ ਨੂੰ ਚੁੱਕਣ ਲੱਗੇ, ਉਸ ਸਮੇਂ ਖਾਲਸੇ ਨੇ ਬੰਦੂਕਾਂ ਵਿੱਚੋਂ ਗੋਲੀਆਂ ਛੱਡੀਆਂ। ਕੱਸ ਕੇ ਮੋਰਚੇ ਵੱਲ ਨੂੰ ਕਰਕੇ ਬੰਦੂਕਾਂ ਚਲਾਉਂਦੇ ਸਨ ਤੇ ਪਹਾੜੀਏ ਮੋਰਚੇ ਛੱਡ ਕੇ ਭੱਜੇ ਜਾਂਦੇ ਸਨ। ਕਈਆਂ ਨੂੰ ਗੋਲੀਆਂ ਲੱਗਦੀਆਂ ਸਨ ਤੇ ਉਹ ਜ਼ਖਮੀ ਹੋ ਜਾਂਦੇ ਸਨ, ਤੇ ਕਈ ਗੋਲੀਆਂ ਲੱਗਣ ਦੇ ਨਾਲ ਮਰ ਜਾਂਦੇ ਸਨ। ਇੱਥੋਂ ਤੱਕ ਆਪ ਜੀ ਨੇ ਪ੍ਰਸੰਗ ਸਰਵਣ ਕੀਤਾ ਸੀ। ਹੁਣ ਜਿਸ ਤਰ੍ਹਾਂ ਅੱਗੇ ਪ੍ਰਸੰਗ ਆ ਰਿਹਾ ਹੈ, ਪਿਆਰ ਸਤਿਕਾਰ ਦੇ ਨਾਲ ਸਰਵਣ ਕਰੋ। ਇੱਕ ਵਾਰ ਉਚਾਰਨ ਕਰੋ ਜੀ, ਸਤਨਾਮ ਵਾਹਿਗੁਰੂ ਜੀ। ਪਹੁੰਚੇ ਸਿੰਘ ਲੁੱਟੇ ਹਥਿਆਰੇ, ਜਿयत ਮਿਲੇ ਕਟਿਏ ਕਰ ਡਾਰੇ। ਸਿੰਘ ਪਹੁੰਚ ਕੇ ਹਥਿਆਰ ਲੁੱਟ ਲੈਂਦੇ ਸਨ, ਇਹਨਾਂ ਪਹਾੜੀਆਂ ਦੇ ਖੋਹ ਲੈਂਦੇ ਸਨ ਹਥਿਆਰ, ਕਿਉਂਕਿ ਜਦੋਂ ਦੇ ਸਿੰਘਾਂ ਨੇ ਮੋਰਚਿਆਂ ਵਾਲੇ ਸਿਪਾਹੀ ਮਾਰ ਦਿੱਤੇ ਨਾ, ਇਹ ਜਿਹੜੇ ਪਹਾੜੀਏ ਸਨ ਬਹੁਤੇ ਡਰ ਗਏ ਸਨ। ਤੇ ਕਵੀ ਜੀ ਕਹਿੰਦੇ ਨੇ ਜਿਹੜੇ ਜਿਉਂਦੇ ਮਿਲਦੇ ਸਨ ਉਹਨਾਂ ਨੂੰ ਕੱਟ ਵੱਢ ਦਿੰਦੇ ਸਨ ਜੀ। ਗਈ ਗੁਰੂ ਟਿਗ ਸੁਧ ਤਬ ਸਾਰੀ, ਤਜ ਮੁਰਚੇ ਜਾਤ ਪਹਾੜੀ। ਇਹ ਪਹਾੜੀਏ ਮੋਰਚੇ ਛੱਡ ਕੇ ਜਾ ਰਹੇ ਸਨ। ਇਹ ਸਾਰੀ ਖਬਰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਪਹੁੰਚੀ ਹੈ ਜੀ। ਵੱਡੇ ਮੋਰਚੇ ਹੈ ਜਿਸ ਥਾਨਾ, ਤਹਿ ਤੇਰੇ ਬਨੇ ਸਮਦਾਨਾ। ਜਿਸ ਥਾਂ ਤੇ ਵੱਡੇ ਮੋਰਚੇ ਸਨ ਉਥੇ ਸਾਵਧਾਨ ਹੋ ਕੇ ਖੜੇ ਸਨ ਜੀ। ਧੀਰਾ ਦਇਆਪੁਰੀ ਕੋ ਸੂਰ, ਕਾਲ ਲੋਹਗਰ ਓਰੇ ਜੋਰ। ਕਹਿੰਦੇ ਵੀ ਆਨੰਦਪੁਰ ਨਗਰ ਦਾ ਘੇਰਾ ਜਿਹੜਾ ਹੈ ਉਹ ਉਹਨਾਂ ਨੇ ਹੁਣ ਛੱਡ ਦਿੱਤਾ ਹੈ। ਹੁਣ ਲੋਹਗੜ੍ਹ ਕਿਲੇ ਦੇ ਦਰਵਾਜ਼ੇ ਅੱਗੇ ਸਾਹਮਣੇ ਆ ਕੇ ਆਪਣਾ ਜ਼ੋਰ ਪਾਉਣਗੇ ਜੀ। ਮੈਂ ਗੋਪ ਕੋ ਹਲਕਾਰਾ, ਗੁਰ ਟਿਗ ਆਏ ਬਰਤਨ ਤੇ ਉਚਾਰਾ। ਗੋਪ ਤੋਂ ਭਾਵ ਹੈ ਗੁਪਤ, ਤੇ ਗੁਰੂ ਸਾਹਿਬ ਜੀ ਦੇ ਪਾਸੇ ਵੱਲੋਂ ਜਿਹੜਾ ਸੂਈਆ ਗੁਪਤ ਤੌਰ ਤੇ ਜਿਹੜੀ ਖਬਰ ਗੁਰੂ ਸਾਹਿਬ ਜੀ ਤੱਕ ਪਹੁੰਚਾਉਂਦਾ ਸੀ, ਇਹਨੇ ਵਿੱਚ ਉਹ ਗੁਪਤ ਸੂਈਆ ਗੁਰੂ ਜੀ ਦੇ ਪਾਸ ਆਇਆ ਤੇ ਉਹਨੇ ਆ ਕਰਕੇ ਸਾਰਾ ਹਾਲ ਸੁਣਾਇਆ ਜੀ। ਰੱਬ ਜੀ ਇਹ ਬਹਿਰ ਸੁਧ ਜੈਸੀ, ਸੁਨ ਪਿੱਖੀ ਮੈਂ ਕਹਿ ਤੈਸੀ। ਕਹਿਣ ਲੱਗਾ ਗੁਰੂ ਸਾਹਿਬ ਜੀ, ਜਿਵੇਂ ਮੈਂ ਬਾਹਰ ਖਬਰ ਸੁਣੀ ਹੈ ਤੇ ਜਿਵੇਂ ਮੈਂ ਦੇਖਿਆ ਹੈ, ਮੈਂ ਉਸੇ ਤਰ੍ਹਾਂ ਹੀ ਬਿਆਨ ਕਰਦਾ ਹਾਂ ਜੀ। ਰਾਤ ਮੋਰਚਾ ਮਾਰਿਓ ਜਬੈ, ਭੀਮ ਚੰਦਕ ਕਚੂਰਿਓ ਤਪੈ। ਕਹਿੰਦੇ ਜਦੋਂ ਰਾਤ ਦੇ ਹਨੇਰੇ ਵਿੱਚ ਸਿੰਘਾਂ ਨੇ ਮੋਰਚਾ ਫਤਿਹ ਕਰ ਲਿਆ ਨਾ,
ਭੀਮ ਚੰਦ ਦੀ ਸੈਨਾ ਸਿਪਾਹੀ ਮਾਰ ਦਿੱਤੇ ਨੇ ਤੇ ਭੀਮ ਚੰਦ ਬਹੁਤ ਝੂਰਿਆ, ਬਹੁਤ ਦੁਖੀ ਹੋਇਆ ਸੀ ਜੀ। ਆਜੇ ਸਕਲ ਹੰਕਾਰ ਸਕੇਲੇ, ਸਮੇ ਰਸੋਈ ਕੇ ਜਬ ਮੇਲੇ। ਕਹਿੰਦੇ ਸਾਰੇ ਰਾਜੇ ਭੀਮ ਚੰਦ ਨੇ ਇਕੱਠੇ ਕੀਤੇ ਤੇ ਜਦੋਂ ਭੋਜਨ ਛਕਣ ਦਾ ਸਮਾਂ ਹੋਇਆ ਜੀ। ਸਭ ਮੈਂ ਕਹਿਓ ਮਨੋਰਥ ਆਪਨ, ਲਸ਼ਕਰ ਹੋਏ ਬੁਲੰਦ ਬਖਾਪਣ। ਉਸ ਸਮੇਂ ਸਾਰੇ ਰਾਜਿਆਂ ਦਾ ਮੇਲ ਹੋਇਆ ਹੈ, ਇਕੱਠੇ ਹੋਏ ਹਨ ਤੇ ਭੀਮ ਚੰਦ ਨੇ ਸਾਰੇ ਰਾਜਿਆਂ ਵਿੱਚ ਆਪਣਾ ਮਨੋਰਥ ਦੱਸਿਆ ਹੈ ਵੀ ਸਾਡਾ ਰੋਜ਼ ਬਹੁਤ ਲਸ਼ਕਰ, ਸਾਡੀ ਫੌਜ ਮਰਦੀ ਹੈ ਜੀ। ਸਰਬ ਸਭਾ ਮੈਂ ਗਰਭ ਬਖਾਨਾ, ਪਰਨ ਕੇਸਰੀ ਵਿਦਧਾਨਾ। ਕਹਿੰਦੇ ਉਸ ਵੇਲੇ ਸਾਰੇ ਰਾਜਿਆਂ ਦੀ ਸਭਾ ਦੇ ਵਿੱਚ ਜਿਹੜਾ ਕੇਸਰੀ ਚੰਦ ਰਾਜਾ ਹੈ ਉਸਨੇ ਅਹੰਕਾਰ ਦੇ ਵਿੱਚ ਆ ਕੇ ਇਹ ਪ੍ਰਣ ਕੀਤਾ ਹੈ ਜੀ। ਭੂਤ ਪਰਾਤ ਕੋ ਹਾਥੀ ਪੇਲੋ, ਦਲ ਕੇ ਸਗਲ ਸਪਟ ਸੰਗ ਮੇਲੋ। ਸਵੇਰ ਹੁੰਦਿਆਂ ਮਸਤ ਹਾਥੀ ਨੂੰ ਅੱਗੇ ਲਾਵਾਂਗਾ ਤੇ ਸਾਰੀ ਸੈਨਾ ਸੂਰਬੀਰ ਆਪਣੇ ਨਾਲ ਮਿਲਾਵਾਂਗਾ ਜੀ। ਦੁਆਰ ਲੋਹ ਗਰ ਕੋ ਤੁਰ ਰਾਵੋ, ਨਦ ਰਾਜਨ ਮੈਂ ਮੁਖ ਨ ਦਿਖਾਵੋ। ਕਹਿੰਦੇ ਲੋਹਗੜ੍ਹ ਦਾ ਕਿਲੇ ਦਾ ਜਿਹੜਾ ਦਰਵਾਜ਼ਾ ਹੈ ਉਹ ਮੁੱਖ ਦੁਆਰ ਮੈਂ ਤੁੜਵਾਵਾਂਗਾ, ਨਹੀਂ ਤਾਂ ਰਾਜਿਆਂ ਵਿੱਚ ਆਪਣਾ ਮੂੰਹ ਨਹੀਂ ਵਿਖਾਵਾਂਗਾ ਜੀ। ਹੀਰਾ ਦੇਹੋ ਸੋਰ ਪਰ ਕੇਰਾ, ਪਰੇ ਲੋਹ ਗਰ ਜੰਗ ਬਡੇਰਾ। ਇਹ ਕੇਸਰੀ ਚੰਦ ਦਾ ਇਹ ਮਨੋਰਥ ਤੇ ਪੂਰਾ ਨਹੀਂ ਸੀ ਹੋਇਆ ਵੀ ਲੋਹਗੜ੍ਹ ਦਾ ਦਰਵਾਜ਼ਾ ਤੜਵਾ ਦਿਆਂਗਾ, ਪਰ ਜਿਹੜਾ ਦੂਜੀ ਗੱਲ ਉਹਨੇ ਕਹੀ ਸੀ ਨਾ ਕਿ ਰਾਜਿਆਂ 'ਚ ਮੂੰਹ ਹੀ ਨਹੀਂ ਵਿਖਾਵਾਂਗਾ, ਉਹ ਜ਼ਰੂਰ ਕਿਤੇ ਨਾ ਕਿਤੇ ਪੂਰਾ ਹੋ ਗਿਆ ਕਿ ਉਹ ਸ਼੍ਰੀ ਸਾਹਿਬ ਦੇ ਨਾਲ ਭਾਈ ਉਦੇ ਸਿੰਘ ਨੇ ਕੇਸਰੀ ਚੰਦ ਦਾ ਸਿਰ ਧੜ ਨਾਲੋਂ ਅਲੱਗ ਕੀਤਾ ਤੇ ਬਰਛੇ ਵਿੱਚ ਟਹਕ ਕੇ ਗੁਰੂ ਸਾਹਿਬ ਜੀ ਦੇ ਸਾਹਮਣੇ ਪੇਸ਼ ਕੀਤਾ। ਕਹਿਣ ਲੱਗਾ ਕਿ ਜਾਂ ਤੇ ਮੈਂ ਕਿਲ੍ਹਾ ਤੋੜ ਦਿਆਂਗਾ ਤੇ ਜਾਂ ਫਿਰ ਆਪਣਾ ਮੂੰਹ ਨਹੀਂ ਵਿਖਾਵਾਂਗਾ। ਨਗਰ ਦਾ ਘੇਰਾ ਛੱਡ ਦੇਵੋ, ਲੋਹਗੜ੍ਹ ਦੇ ਅੰਦਰ ਵੱਡਾ ਜੰਗ ਮਚੇਗਾ ਜੀ। ਤੁਮ ਸਮਰੱਥ ਚਾਹੋ ਤਿਮ ਕਰੋ, ਕੀਟੀ ਤੇ ਕੁੰਚਰ ਕੋ ਧਰੋ। ਕਹਿਣ ਲੱਗੇ ਕਿ ਹੁਣ ਤੁਸੀਂ ਹਰ ਪ੍ਰਕਾਰ ਸਮਰੱਥ ਹੋ। ਸੂਈਏ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਇਹ ਗੱਲ ਦੱਸੀ ਤੇ ਨਾਲ ਕਹਿ ਦਿੱਤਾ ਵੀ ਸੱਚੇ ਪਾਤਸ਼ਾਹ ਤੁਸੀਂ ਤਾਂ ਸਰਬ ਕਲਾ ਸਮਰੱਥ ਹੋ, ਤੁਹਾਡੀ ਮਰਜ਼ੀ ਹੈ ਜਿਸ ਤਰ੍ਹਾਂ ਕਰਨਾ ਹੈ। ਤੁਸੀਂ ਕਿਹੜੀ ਪਾਸੋਂ ਹਾਥੀ ਨੂੰ ਮਰਵਾ ਸਕਦੇ ਹੋ ਜੀ। ਆਓ ਵਿਚਾਰੋ ਗਜ ਕੋ ਆਵਨਾ, ਤਿਸ ਕੋ ਚਹੀਅਤ ਜਤਨ ਬਨਾਵਨਾ। ਫਿਰ ਵੀ ਮਸਤ ਹਾਥੀ ਦੇ ਆਉਣ ਬਾਰੇ ਵਿਚਾਰ ਕਰੋ, ਉਸ ਨੂੰ ਭੇਜਣ ਦਾ ਯਤਨ ਬਣਾਉਣਾ ਚਾਹੀਦਾ ਹੈ ਜੀ। ਨੱਤ ਦੁਆਰੇ ਕੋ ਮਸਤਕ ਮਾਰੇ, ਗਾਡੇ ਵੱਡੇ ਕਪਾਟ ਉਖਾੜੇ। ਜਿਵੇਂ ਉਹ ਦਰਵਾਜ਼ੇ ਨੂੰ ਮੱਥਾ ਮਾਰੇ ਤੇ ਵੱਡੇ ਠੋਸ ਦਰਵਾਜ਼ਿਆਂ ਨੂੰ ਉਖੇੜ ਕੇ ਰੱਖ ਦੇਵੇ ਜੀ। ਮਹਾਬਲੀ ਹੈ ਮਸਤ ਸਦਾਈ, ਦ੍ਰਿੜ ਕਰ ਟੱਕਰ ਮਾਰ ਗਿਰਾਈ। ਇਹ ਜਿਹੜਾ ਮਹਾਬਲੀ ਹੈ ਮਸਤ ਸਦਾਈ, ਮਸਤ ਹਾਥੀ ਸਦਾ ਹੀ ਮਹਾਬਲਵਾਨ ਹੈ। ਛੋਟੇ ਮੋਟੇ ਸਥਿਰ ਰੁੱਖ ਜਿਹੜੇ ਨਾ ਉਹਨਾਂ ਨੂੰ ਟੱਕਰ ਮਾਰ ਕੇ ਡੇਗ ਸਕਦਾ ਹੈ ਜੀ। ਤੇ ਸਮਗਜ ਬਲਵੰਤ ਨ ਔਰ, ਸਾਹ ਆਦ ਜੇ ਨਿਤ ਪਤਨ ਠੋਰ। ਸਤਿਗੁਰੂ ਜੀ ਉਸ ਹਾਥੀ ਵਰਗਾ ਹੋਰ ਕੋਈ ਬਲਵਾਨ ਹਾਥੀ ਨਹੀਂ ਹੈ। ਬਾਦਸ਼ਾਹ ਦੇ ਕੋਲ ਜਾਂ ਰਾਜਿਆਂ ਦੇ ਪਾਸ ਐਸਾ ਹਾਥੀ ਨਹੀਂ ਹੈ ਜੀ। ਮਹਾਰਾਜ ਸੰਧਿਆ ਅਬ ਹੋਈ, ਕਰੋ ਜਤਨ ਨਿਸਮੈ ਅਸ ਕੋਈ। ਕਹਿਣ ਲੱਗੇ ਮਹਾਰਾਜ ਹੁਣ ਸ਼ਾਮ ਹੋ ਗਈ ਹੈ
ਰਾਤ ਨੂੰ ਅਜਿਹਾ ਕੋਈ ਯਤਨ ਕਰੋ ਜਿਹਦਾ ਕਰਕੇ ਸਾਡੀ ਜਿੱਤ ਹੋਵੇ ਜੀ। ਜਿਤ ਤੇ ਦਵਾਰ ਨਹੀਂ ਗਜ ਆਵੇ, ਲਾਖੋ ਸਪਟ ਪਿਸਾਰੀ ਤਾਵੇ। ਜਿਸ ਕਰਕੇ ਹਾਥੀ ਦਰਵਾਜ਼ੇ ਤੱਕ ਪਹੁੰਚ ਨਾ ਸਕੇ, ਐਸਾ ਕੋਈ ਯਤਨ ਕਰੋ, ਕਿਉਂਕਿ ਉਸ ਦੇ ਪਿੱਛੇ ਲੱਖਾਂ ਸੂਰਮੇ ਹਮਲਾ ਕਰਕੇ ਆਉਣਗੇ ਜੀ। ਸੁਣ ਸਤਿਗੁਰ ਕਟਕਾ ਲਗ ਮੋਨ, ਜਿਨ ਤੇ ਮਨ ਕਿਸ ਕੋ ਕਬ ਭੂਨਾ। ਇਹ ਸੁਣ ਕੇ ਸਤਿਗੁਰੂ ਜੀ ਕੁਝ ਸਮਾਂ ਚੁੱਪ ਰਹੇ ਹਨ। ਜਿਨ੍ਹਾਂ ਦੇ ਮਨ ਵਿੱਚ ਕਦੇ ਵੀ ਕੋਈ ਡਰ ਨਹੀਂ ਆਇਆ ਜੀ। ਚਿੰਤਾ ਮਾਨ ਸਗਰੇ ਹੋਏ ਗਏ, ਫੀਲ ਬਲੀ ਬੜ ਜਾਣਤ ਭਏ। ਸਤਿਗੁਰੂ ਜੀ ਨੂੰ ਚੁੱਪ ਵੇਖ ਕੇ ਸਾਰੇ ਚਿੰਤਤ ਹੋ ਗਏ। ਵੱਡੇ ਭਲਵਾਨ ਹਾਥੀ ਬਾਰੇ ਸਾਰੇ ਹੀ ਜਾਣਦੇ ਸਨ ਜੀ। ਗੁਰ ਕਰਨਾ ਬਿਨ ਅਰੈ ਨ ਕੋਈ, ਸ਼ਸਤਰ ਕਾਮ ਜਿਸ ਕੇ ਨੇ ਹੋਈ। ਉਸ ਹਾਥੀ ਦੇ ਅੱਗੇ ਗੁਰੂ ਦੀ ਕਿਰਪਾ ਤੋਂ ਬਿਨਾ ਕੋਈ ਅੜ ਨਹੀਂ ਸੀ ਸਕਦਾ। ਇੰਨਾ ਬਲਵਾਨ ਹਾਥੀ ਸੀ ਜਿਸ ਦੇ ਸ਼ਸਤਰਾਂ ਦਾ ਜ਼ਖਮ ਨਾ ਲੱਗ ਸਕੇ ਜੀ। ਦੋਹੇ ਸੰਗ ਮਡਿਓ ਤਨ ਜੋਏ, ਕਹਾਂ ਕਾਬ ਕੋ ਜਾਣੇ ਸੋਏ। ਜਿਹਦਾ ਸਰੀਰ ਲੋਹੇ ਦੇ ਨਾਲ ਮੜਿਆ ਸੀ, ਲੋਹੇ ਦੀਆਂ ਤਵੀਆਂ ਇੱਕ ਢਾਲ ਉਹਦੇ ਮੱਥੇ ਤੇ ਬੱਧੇ ਹੋਏ ਸਨ। ਉਹਦੀ ਸੁੰਡ ਦੇ ਵਿੱਚ ਤਲਵਾਰ ਬੱਧੀ ਹੋਈ ਸੀ ਸੁੰਡ ਦੇ ਨਾਲ। ਕਹਿੰਦੇ ਉਹਦਾ ਕਿਸੇ ਨੂੰ ਜ਼ਖਮ ਨਾ ਲੱਗ ਸਕੇ, ਇਹ ਤੇ ਗੁਰੂ ਦੀ ਕਿਰਪਾ ਨਾਲ ਹੀ ਹੋ ਸਕਦਾ, ਉਸ ਤਰ੍ਹਾਂ ਨਹੀਂ ਹੋ ਸਕਦਾ। ਫਿਰ ਕਹਿੰਦੇ ਫਿਰੇ ਸਿੰਘ ਗੁਰ ਕੋ ਚੌ ਫੇਰੇ, ਸਾਰੇ ਸਿੰਘ ਗੁਰੂ ਸਾਹਿਬ ਜੀ ਦੇ ਚਾਰ ਸਫੇਰੇ ਬੈਠ ਗਏ। ਕਿਸੇ ਨੇ ਕੀ ਕਹਿਣਾ ਸੀ, ਸਾਰੇ ਗੁਰੂ ਜੀ ਦੇ ਮੁਖ ਵੱਲ ਵੇਖ ਰਹੇ ਸਨ ਜੀ। ਫਿਰੇ ਸਿੰਘ ਗੁਰ ਕੇ ਜੋ ਫੇਰੇ, ਕਹੇ ਕਹਾਂ ਸਗਰੇ ਮੁਖ ਹੀਰੇ। ਸਾਰੇ ਸਿੰਘ ਗੁਰੂ ਜੀ ਵੱਲ ਵੇਖ ਰਹੇ ਸਨ ਜੀ। ਜਿਤਵੇ ਦੀਰਘ ਏਵ ਉਪਾਏ, ਜਿਸ ਤੇ ਦੁਰਦ ਨਿਵਾਰੋ ਜਾਏ। ਇਸ ਪ੍ਰਕਾਰ ਦਾ ਵੱਡਾ ਉਪਾਅ ਸੋਚ ਰਹੇ ਸਨ ਜਿਸ ਨਾਲ ਦੁੱਖ ਦੂਰ ਹੋ ਜਾਵੇ ਜੀ। ਧੁਨੀ ਚੰਦ ਇਤਨੇ ਮੈਂ ਆਇਓ, ਲੰਬੋਦਰ ਤਬ ਧੂਲ ਦਸਾਇਓ। ਇੰਨੇ ਸਮੇਂ ਨੂੰ ਹੀ ਦੁਨੀ ਚੰਦ ਉੱਥੇ ਆ ਗਿਆ ਜਿੱਥੇ ਗੁਰੂ ਸਾਹਿਬ ਜੀ ਬੈਠੇ ਹੋਏ ਸਨ। ਉਹਦਾ ਵੱਡਾ ਪੇਟ ਤੇ ਮੋਟਾ ਸਰੀਰ ਦਿਖਾਈ ਦਿੱਤਾ ਜੀ। ਵੱਡੇ ਜੁਗਮ ਭੁਜ ਡੰਡ ਪ੍ਰਚੰਡੇ, ਤਿਮ ਸਾਥੀ ਆਜਤ ਬੜ ਡੰਡੇ। ਉਸ ਦੀਆਂ ਦੋਵੇਂ ਲੱਤਾਂ ਬੜੀਆਂ ਮੋਟੀਆਂ ਸਨ ਤੇ ਉਸ ਤਰ੍ਹਾਂ ਹੀ ਚੌੜੀ ਅਤੇ ਬਲਵਾਨ ਛਾਤੀ ਸੀ ਜੀ। ਦੀਰਘ ਬਦਨ ਸਮਸ ਬੜ ਸੇਤ, ਕਟ ਕਸ ਤੋਤੇ ਬਨਿਓ ਸੁਚੇਤਾ। ਵੱਡਾ ਚਿਹਰਾ ਤੇ ਦਾੜੀ ਦੁਨੀ ਚੰਦ ਦੀ ਚਿੱਟੀ ਸੀਗੀ, ਸਫੇਦ। ਕਮਰ ਕੱਸਾ ਬੰਨ ਕੇ ਸੁਚੇਤ ਬਣਿਆ ਸੀ ਜੀ। ਸੁਨ ਕਰ ਪੂਰ ਹੋਏ ਹੈ ਹੇਲਾ, ਮਸਤ ਮਤੰਗ ਅਗਰ ਦੇ ਪੇਲਾ। ਦੁਨੀ ਚੰਦ ਇਹ ਸੁਣ ਕੇ ਆਇਆ ਵੀ ਸਵੇਰੇ ਕਹਿੰਦੇ ਨੇ ਹਾਥੀ ਦੇ ਨਾਲ ਹਮਲਾ ਕਰਾਉਣਾ ਹੈ, ਸਵੇਰੇ ਵੱਡਾ ਹਮਲਾ ਹੋਣਾ ਹੈ ਤੇ ਮਸਤ ਹਾਥੀ ਨੂੰ ਅੱਗੇ ਲਾ ਕੇ ਆਉਣਗੇ ਜੀ। ਜਤਨ ਬਨਾਵਨ ਸੁਨ ਬੇਕਾਰਨ, ਆਇਓ ਪ੍ਰਭ ਕੋ ਕਰਿਓ ਨਿਹਾਰਨ। ਤੇ ਗੁਰੂ ਜੀ ਉਹਨੂੰ ਰੋਕਣ ਦਾ ਕੀ ਯਤਨ ਬਣਾਉਂਦੇ ਨੇ, ਇਹ ਸੁਣਨ ਵਾਸਤੇ ਦੁਨੀ ਚੰਦ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਆਇਆ ਸੀ ਜੀ। ਦੋਨੋਂ ਜੰਗ ਦੀਰ ਕਾ ਭਾਰੀ, ਗਰ ਸਮਸ਼ੇਰ ਬਸਾਲੇ ਡਾਰੇ। ਕਹਿੰਦੇ ਉਸ ਦੀਆਂ ਦੋਵੇਂ ਜੰਗਾਂ ਬਹੁਤ ਭਾਰੀਆਂ ਸਨ ਤੇ ਗਲ ਵਿੱਚ ਉਹਨੇ ਗਾਤਰੇ ਵਿੱਚ ਵੱਡੀ ਸ਼੍ਰੀ ਸਾਹਿਬ ਪਹਿਨੀ ਹੋਈ ਸੀ ਜੀ। ਗੁਰ ਸੰਗਤ ਮੈਂ ਨਿਤ ਬਰਤੰਤਾ, ਸਦਾ ਤਿਹਾਵਲ ਤੇ ਤ੍ਰਿਪਤਾ।
ਤੰਤਾ। ਉਹ ਗੁਰੂ ਦੀ ਸੰਗਤ ਵਿੱਚ ਨਿਤ ਵਿਚਰਦਾ ਰਹਿੰਦਾ ਸੀ ਦੁਨੀ ਚੰਦ, ਤੇ ਸਦਾ ਕੜਾਹ ਪ੍ਰਸ਼ਾਦ ਖਾ ਕੇ ਤ੍ਰਿਪਤ ਹੁੰਦਾ ਸੀ ਜੀ। ਗਨ ਸਿੱਖਨ ਪਰ ਹੁਕਮ ਕਰੰਤਾ, ਗੁਰ ਕੀ ਕਾਰ ਲੇਤ ਤਨਵੰਤਾ। ਕਹਿੰਦੇ ਸਿੱਖਾਂ ਦੇ ਉੱਤੇ ਉਹ ਆਪਣਾ ਹੁਕਮ ਚਲਾਉਂਦਾ ਸੀ, ਕਿਉਂਕਿ ਭਾਈ ਸਾਲੋ ਦਾ ਇਹ ਪੋਤਰਾ ਹੈ। ਭਾਈ ਸਾਲੋ ਦਾ ਟੋਭਾ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮਸ਼ਹੂਰ ਜਗ੍ਹਾ ਹੈ, ਤੇ ਦੁਨੀ ਚੰਦ ਦੇ ਪਿਤਾ ਵੀ ਮਸੰਦ ਸਨ, ਤੇ ਇਹ ਸਿੱਖਾਂ ਦੇ ਉੱਤੇ ਹੁਕਮ ਚਲਾਉਂਦਾ ਗੁਰੂ ਦੀ ਕਾਰ ਭੇਟਾ ਲੈਣ ਕਰਕੇ ਵੱਡਾ ਧਨਾਟ ਬਣ ਗਿਆ ਸੀ ਜੀ। ਸਾਲੋ ਸਤਮਸੰਦ ਕੋ ਨੰਦਨ, ਜਿਨ ਕੋ ਕਰੇ ਹਜ਼ਾਰੋ ਬੰਦਨ। ਭਾਈ ਸਾਲੋ ਦਾ ਪੁੱਤਰ ਜੋ ਮਸੰਦ ਸੀ, ਉਸ ਦਾ ਇਹ ਅੱਗੇ ਪੁੱਤਰ ਸੀਗਾ, ਜਿਨ੍ਹਾਂ ਨੂੰ ਹਜ਼ਾਰਾਂ ਲੋਕ ਬੰਦਨਾ ਕਰਦੇ ਸਨ ਜੀ। ਨਿਤ ਭੋਗਤ ਸੁਖ ਰਿਓ ਕਨੇਰੇ, ਸ੍ਰੀ ਅੰਮ੍ਰਿਤਸਰ ਬਾਸ ਵਡੇਰੇ। ਨਿਤ ਬਹੁਤ ਸੁਖ ਭੋਗਦਾ ਸੀ ਤੇ ਸ੍ਰੀ ਅੰਮ੍ਰਿਤਸਰ ਵਿੱਚ ਰਹਿੰਦਾ ਸੀ ਜੀ। ਆਵਤ ਕੋ ਅਵਲੋਕ ਰਪਾਲਾ, ਮੁਸਕਾਵਤ ਬੋਲੇ ਤਿਸ ਕਾਲਾ। ਦੁਨੀ ਚੰਦ ਨੂੰ ਆਉਂਦੇ ਨੂੰ ਗੁਰੂ ਜੀ ਨੇ ਵੇਖ ਲਿਆ ਤੇ ਮੁਸਕਰਾ ਕਰਕੇ ਗੁਰੂ ਸਾਹਿਬ ਜੀ ਬੋਲੇ ਹਨ ਜੀ। ਕਹਿਆ ਰਾਜਨ ਕੋ ਮਸਤ ਮਤੰਗ, ਕਹਾਂ ਅਦਕ ਤਿਸ ਕੇ ਬਲ ਅੰਗ। ਕਹਿੰਦੇ ਰਾਜਿਆਂ ਦਾ ਮਸਤ ਹਾਥੀ ਕੀ ਹੈ, ਉਸ ਦੇ ਅੰਗਾਂ ਵਿੱਚ ਕਿੱਥੇ ਐਡਾ ਵੱਡਾ ਬਲ ਹੈ ਜੀ। ਗੁਰ ਕਰ ਦੁਨੀ ਚੰਦ ਬਦ ਹਾਥੀ, ਇਸੇ ਲੜਾਵੇਂਗੇ ਤਿਸ ਸਾਥੀ। ਇਹ ਗੁਰੂ ਘਰ ਦੇ ਵਿੱਚ ਦੁਨੀ ਚੰਦ ਸਭ ਤੋਂ ਵੱਡਾ ਹਾਥੀ ਹੈ, ਇਸ ਨੂੰ ਉਸ ਹਾਥੀ ਦੇ ਨਾਲ ਲੜਾਵਾਂਗੇ ਜੀ। ਮਹਾਮਸਤੇ ਗੁਰ ਬਲ ਪਾਏ, ਅਰਬੇ ਦੇਨਾ ਲੇਹਤ ਕਾਏ। ਗੁਰੂ ਜੀ ਦਾ ਬਲ ਪਾ ਕੇ ਇਹ ਮਹਾਮਸਤ ਬਣ ਗਿਆ ਹੈ, ਕਿਸੇ ਨੂੰ ਅੜਨ ਨਹੀਂ ਦੇਵੇਗਾ, ਧੱਕਾ ਦੇ ਕੇ ਲੈ ਕੇ ਜਾਵੇਗਾ ਜੀ। ਦੁਰਗ ਕੇਸਰੀ ਕੀਟੀ ਸਮ ਹੈ, ਇਹ ਗਜਰਾਜ ਬਨੇ ਤਿਸ ਜਮ ਹੈ। ਕੇਸਰੀ ਚੰਦ ਦਾ ਹਾਥੀ ਇਹਦੇ ਸਮਾਨੇ ਕੀੜੀ ਸਮਾਨ ਹੈ। ਇਹ ਦੁਨੀ ਚੰਦ ਦੇ ਸਾਹਮਣੇ ਜਿਹੜਾ ਹਾਥੀ ਕੇਸਰੀ ਚੰਦ ਨੇ ਲੈ ਕੇ ਆਉਣਾ, ਉਹ ਤੇ ਕੀੜੀ ਸਮਾਨ ਹੈ। ਇਹ ਹਾਥੀਆਂ ਦਾ ਰਾਜਾ, ਉਸ ਦੀ ਮੌਤ ਦਾ ਰੂਪ ਹੈ ਜੀ। ਛਿਨ ਮੋਹ ਕਰੇ ਸੰਭਾਲਨ ਬਲੀ, ਤਰੇ ਸਹਾਏ ਖਾਲਸਾ ਭਲੀ। ਕਹਿੰਦੇ ਇਸ ਖਿਣ ਵਿੱਚ ਉਸ ਨੂੰ ਭਲੀ ਪ੍ਰਕਾਰ ਖਾਲਸਾ ਸੰਭਾਲ ਲਵੇਗਾ ਜੀ। ਸਤਿਗੁਰ ਤੇ ਸੁਨ ਕੇ ਸੁਮਦਾਏ, ਰਹੇ ਮੂਨ ਨੇ ਥਾਕ ਅਲਾਏ। ਸਤਿਗੁਰੂ ਜੀ ਪਾਸੋਂ ਇਹ ਬਚਨ ਸੁਣ ਕੇ ਸਾਰੇ ਚੁੱਪ ਰਹੇ, ਕੋਈ ਬੋਲਿਆ ਨਾ, ਕਿਸੇ ਨੇ ਕੋਈ ਬਚਨ ਨਾ ਕੀਤਾ ਜੀ। ਦੁਨੀ ਚੰਦ ਕੋ ਬਦਨ ਪਰੇਖਾ, ਗਦ ਉਤਸ਼ਾਹ ਸਭਨ ਤਬ ਦੇਖਾ। ਜਦ ਦੁਨੀ ਚੰਦ ਦੇ ਮੁਖ ਵੱਲ ਵੇਖਿਆ, ਚਿਹਰੇ ਵੱਲ ਵੇਖਿਆ, ਤਾਂ ਸਭ ਨੇ ਜਾਣਿਆ ਕਿ ਉਹਦਾ ਉਤਸ਼ਾਹ ਪੂਰਨ ਰੂਪ ਦੇ ਵਿੱਚ ਨਸ਼ਟ ਹੋ ਗਿਆ ਜੀ। ਕਲਗੀ ਤਰ ਕੈ ਕਰ ਹਿਮ ਬਚਨ, ਜਾਏ ਪਰਵੇਸੇ ਸੁੰਦਰ ਸਦਨ। ਕਲਗੀਧਰ ਸਤਿਗੁਰੂ ਇਸ ਤਰ੍ਹਾਂ ਬਚਨ ਕਰਕੇ ਆਪਣੇ ਘਰ ਅੰਦਰ ਪ੍ਰਵੇਸ਼ ਕਰ ਗਏ ਜੀ। ਅੰਬਰ ਸਰਬ ਠੋਟ ਕਰ ਗਏ, ਆਪਣੇ ਆਪਣੇ ਬਲ ਥਿਰ ਗਏ। ਸਾਰੇ ਉੱਠ ਉੱਠ ਕੇ ਚਲੇ ਗਏ, ਆਪਣੇ ਆਪਣੇ ਸਥਾਨਾਂ ਤੇ ਜਾ ਕੇ ਸਾਰਿਆਂ ਨੇ ਆਰਾਮ ਕੀਤਾ ਜੀ। ਦੁਨੀ ਚੰਦ ਸੁਣ ਜਨ ਮਰ ਗਇਓ, ਕਹਿਵੇ ਬਾਕ ਸਮਰਥ ਨਾ ਭਇਓ। ਕਹਿੰਦੇ ਦੁਨੀ ਚੰਦ ਦੀ ਇਹ ਹਾਲਤ ਸੀ ਕਿ ਜਿਵੇਂ ਸੁਣ ਕੇ ਮਰ ਗਿਆ ਹੋਵੇ। ਉਹ ਕੁਝ ਬੋਲਣ ਦੇ ਵੀ ਸਮਰੱਥ ਨਹੀਂ ਸੀ ਰਿਹਾ ਜੀ। ਹੌਲ ਉੱਠਿਓ ਦਿਲ ਤੀਰ ਜਹਾਰੀ,
ਗਮਨਿਓ ਆਪਣੇ ਸਿਵਰ ਮਜਾਰੀ। ਉਹਦੇ ਮਨ ਵਿੱਚ ਹੌਲ ਉੱਠਦਾ ਸੀ ਤੇ ਦਿਲ ਧੀਰ ਹਾਰ ਗਿਆ ਸੀ। ਦੁਨੀ ਚੰਦ ਫਿਰ ਉੱਠ ਕੇ ਆਪਣੇ ਡੇਰੇ ਵਿੱਚ ਚਲੇ ਗਿਆ ਜੀ। ਸੁਸਕ ਓਠ ਪਰ ਜੇਵਾ ਫੇਰਤ, ਪਿਆਰੀ ਪਰੀ ਨ ਕਿਸ ਦੇ ਸਹੇਰਤ। ਓਠ ਤੋਂ ਭਾਵ ਹੈ ਹੋਠ, ਜਿਹੜੇ ਬੁੱਲ ਹਨ। ਬੁੱਲਾਂ ਉੱਤੇ ਆਪਣੀ ਜ਼ਬਾਨ ਫੇਰਦਾ ਸੀ, ਕਿਉਂਕਿ ਬੁੱਲ ਜਿਹੜੇ ਉਹ ਸੁੱਕ ਗਏ, ਖੁਸ਼ਕ ਹੋ ਗਏ ਚਿੰਤਾ ਦੇ ਵਿੱਚ। ਕਹਿੰਦੇ ਪੀਰੀ ਪਰੀ ਨਾ ਕਿਸ ਦਿਸ਼ ਹੇਰਤ, ਉਹਦੇ ਚਿਹਰੇ ਉੱਤੇ ਪਿਲਤਨ ਛਾ ਗਈ, ਕਿਸੇ ਵੱਲ ਉਹ ਵੇਖਦਾ ਨਹੀਂ ਸੀ ਜੀ। ਦੀਰਘ ਸਵਾਸ ਲੇਤ ਚਿਤ ਚੰਤਾ, ਏਕ ਅਗੁਰੀ ਕਰਿਓ ਬਰਤੰਤਾ। ਤੇ ਲੰਬੇ ਲੰਬੇ ਸਾਹ ਲੈਂਦਾ ਸੀ ਚਿੰਤਾਗ੍ਰਸਤ ਹੋ ਕੇ, ਤੇ ਮਨ ਵਿੱਚ ਸੋਚਦਾ ਸੀ ਇਹ ਗੁਰੂ ਜੀ ਨੇ ਕੀ ਬਿਰਤਾਂਤ ਕੀਤਾ ਹੈ ਜੀ। ਤਰਾਸ ਵਿਸਾਲ ਮਰਨ ਕੋ ਭਇਓ, ਬਿਨ ਹੀ ਮਾਰੇ ਜਨ ਮਰ ਗਇਓ। ਦੁਨੀ ਚੰਦ ਦੇ ਅੰਦਰ ਮੌਤ ਦਾ ਵੱਡਾ ਡਰ ਪੈਦਾ ਹੋ ਗਿਆ, ਉਤਪੰਨ ਹੋ ਗਿਆ। ਮਾਨੋ ਬਿਨ ਮਾਰਿਆ ਹੀ ਮਰ ਗਿਆ ਸੀ ਜੀ। ਚਿਤ ਸੋਚਤ ਚਿੰਤਾ ਪਰ ਗਈ, ਅੰਧੇਰੀ ਨਿਸ ਪ੍ਰਾਪਤ ਭਈ। ਚਿੱਤ ਵਿੱਚ ਸੋਚਦਾ ਸੀ ਵੀ ਕੈਸੀ ਚਿੰਤਾ ਆ ਕੇ ਪੈ ਗਈ ਹੈ। ਕਹਿੰਦੇ ਹਨੇਰੀ ਰਾਤ ਪ੍ਰਾਪਤ ਹੋ ਗਈ ਹੈ। ਉਹਨੂੰ ਹਰ ਪਾਸੇ ਹਨੇਰਾ ਹਨੇਰਾ ਨਜ਼ਰ ਆਉਂਦਾ ਸੀ ਜੀ। ਚਿਤਵੇ ਜਤਨ ਬਚੋ ਤਿਸ ਦਾਏ, ਪ੍ਰਾਤ ਹੋਤ ਮੁਝ ਤੇ ਜਿਰਵਾਏ। ਦੁਨੀ ਚੰਦ ਸੋਚਦਾ ਸੀ ਕਿ ਕਿਹੜਾ ਯਤਨ ਕਰਾਂ ਕਿ ਮੇਰਾ ਬਚਾਅ ਹੋ ਜਾਵੇ। ਸਵੇਰ ਹੁੰਦਿਆਂ ਮੈਨੂੰ ਹਾਥੀ ਪਾਸੋਂ ਚਿਰਵਾ ਦੇਣਗੇ ਜੀ। ਜਾਮਨ ਬਿਕੇ ਕਛੂ ਬਨ ਆਵੇ, ਜੇ ਸ੍ਰੀ ਨਾਨਕ ਪ੍ਰਾਨ ਬਚਾਵੇ। ਰਾਤ ਰਾਤ ਹੀ ਕੁਝ ਬਣ ਸਕਦਾ ਹੈ, ਦਿਨ ਚੜ੍ਹ ਜਾਏਗਾ ਤੇ ਕੁਝ ਵੀ ਨਹੀਂ ਹੋ ਸਕਣਾ ਜੇ ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰਾਨ ਬਚਾ ਲੈਣ ਜੀ। ਚਲੋ ਪਲਾਇ ਨਵੈ ਨਿਜ ਦੇਸ਼, ਬਚਬੇ ਜਤਨ ਨ ਔਰ ਵਸੇਸ਼। ਦੌੜ ਕੇ ਆਪਣੇ ਦੇਸ਼ ਚਲੇ ਜਾਂਦਾ, ਬਚਾਅ ਦਾ ਹੋਰ ਕੋਈ ਵਿਸ਼ੇਸ਼ ਯਤਨ ਨਹੀਂ ਹੈ ਜੀ। ਸਰਬ ਸਿੰਘ ਕੀ ਹੈ ਦੁਖਵੰਤੇ, ਕਹਿਓ ਸਬਨ ਦੇ ਸਾਥ ਚਲੰਤੇ। ਦੁਨੀ ਚੰਦ ਸੋਚ ਰਿਹਾ ਵੀ ਸਾਰੇ ਸਿੰਘ ਵੀ ਬਹੁਤ ਦੁਖੀ ਹਨ। ਮੈਂ ਸਾਰਿਆਂ ਨੂੰ ਕਹਿੰਦਾ ਹਾਂ ਜਾ ਕਰਕੇ ਜੇ ਮੇਰੇ ਨਾਲ ਚੱਲਦੇ ਹਨ ਜੀ। ਪੂਰਬ ਦਇਆ ਸਿੰਘ ਕੇ ਪਾਸ, ਪਹੁੰਚਿਓ ਕਰਿਓ ਬਰਤੰਤ ਬਰਕਾਸ। ਸਭ ਤੋਂ ਪਹਿਲਾਂ ਦੁਨੀ ਚੰਦ ਭਾਈ ਦਇਆ ਸਿੰਘ ਜੀ ਦੇ ਪਾਸ ਗਿਆ ਹੈ। ਉੱਥੇ ਜਾ ਕੇ ਸਾਰਾ ਬਿਰਤਾਂਤ ਸੁਣਾਇਆ ਹੈ ਜੀ। ਕਹਾ ਕਰੇ ਗੁਰ ਰਨ ਕੀ ਕਾਰ, ਸਿੱਖ ਸੰਗਤ ਨਿਤ ਪ੍ਰਾਤ ਬੋਹਾਰ। ਤੇ ਹੁਣ ਦੁਨੀ ਚੰਦ ਪਤਾ ਕੀ ਕਹਿੰਦਾ ਹੈ? ਕਹਿੰਦਾ ਵੀ ਇਹ ਗੁਰੂ ਸਾਹਿਬ ਜੀ ਨੇ ਜੰਗ ਦਾ ਕੀ ਕਾਰਜ ਫੜਿਆ ਹੈ, ਕਿਉਂ ਐਵੇਂ ਮਰਨ ਮਰਾਉਣ ਦੀਆਂ ਗੱਲਾਂ ਵਿੱਚ ਪਏ ਹੋਏ ਨੇ। ਬਹੁਤ ਸਿੱਖ ਗਾਲ ਸੱਟੇ ਭਾਵ ਨਸ਼ਟ ਕਰ ਦਿੱਤੇ ਹਨ ਜੀ। ਸਭਨ ਸੰਗ ਕਰ ਮੈਂ ਦਬ ਖੇਰਾ, ਕਾਜ ਬਿਗਾਰਤ ਬੜੋ ਬਡੇਰਾ। ਤੇ ਸਾਰਿਆਂ ਦੇ ਨਾਲ ਬਹੁਤ ਵੱਡਾ ਝਗੜਾ ਕਰਦੇ ਹਨ ਗੁਰੂ ਸਾਹਿਬ ਜੀ, ਤੇ ਵੱਡੇ ਤੋਂ ਵੱਡਾ ਕਾਰਜ ਵਿਗਾੜ ਦਿੰਦੇ ਹਨ ਜੀ। ਹੋਤ ਪਰਾਤ ਕਟੋਵੇ ਹਾਥੀ, ਲੱਖ ਸੁਪਟਨ ਅਜੁਦ ਸਾਥੀ। ਕਹਿੰਦੇ ਸਵੇਰ ਹੁੰਦਿਆਂ ਹੀ ਜਿਹੜੇ ਪਹਾੜੀਏ ਹਨ ਉਹ ਹਾਥੀ ਲੈ ਕੇ ਆਉਣਗੇ। ਮੈਨੂੰ ਪਤਾ ਲੱਗਾ ਹੈ ਕਿ ਉਹਨਾਂ ਹਾਥੀ ਨੂੰ ਲੈ ਕੇ ਆਉਣਾ ਲੱਖਾਂ ਯੋਧੇ ਹਥਿਆਰਾਂ ਸਮੇਤ ਆ ਜਾਣਗੇ ਜੀ। ਮੇਰੀ ਬਾਤ ਕਹਾਂ ਜੇ ਮਰਿਓ, ਕਤਲ ਸਕਲ ਹੈ ਇਮ ਡਰਿਓ। ਕਹਿੰਦੇ ਮੇਰੀ ਕਿਹੜੀ ਗੱਲ ਹੈ, ਜੇ ਮਰ ਗਿਆ ਸਾਰੇ ਕਤਲ ਹੋ ਜਾਣਗੇ,
ਇਸ ਕਰਕੇ ਮੈਂ ਡਰਦਾ ਹਾਂ ਜੀ। अब सब मिलकर मसलत कीजै, प्रथम प्रात ते संधि कीजै। ਕਹਿੰਦੇ ਹੁਣ ਸਾਰੇ ਮਿਲ ਕੇ ਸਲਾਹ ਕਰੋ, ਸਵੇਰ ਤੋਂ ਪਹਿਲਾਂ ਪਹਿਲਾਂ ਭੀਮ ਚੰਦ ਦੇ ਨਾਲ ਸੁਲਾਹ ਕਰ ਲਵੋ ਜੀ। भीम चंद डिग दूत पठीजै, संग रहोत सात बरतीजै। ਕਹਿੰਦੇ ਭੀਮ ਚੰਦ ਦੇ ਪਾਸ ਇੱਕ ਦੂਤ ਭੇਜੋ। ਦੁਨੀ ਚੰਦ ਕਹਿੰਦੇ ਭਾਈ ਦਇਆ ਸਿੰਘ ਨੂੰ, ਜੰਗ ਹੋਣ ਤੋਂ ਸ਼ਾਂਤ ਵਰਤਾਓ ਜੀ। हिम गुर माने तो डिग रहिए, नत नाहक कयो प्राण गवैया। ਜੇ ਗੁਰੂ ਸਾਹਿਬ ਜੀ ਵੀ ਮੰਨ ਜਾਣ ਵੀ ਜੰਗ ਯੁੱਧਾਂ ਤੋਂ ਹਟ ਜਾਣ ਤੇ ਫਿਰ ਆਪਾਂ ਗੁਰੂ ਜੀ ਦੇ ਪਾਸ ਰਹੀਏ, ਜੇ ਨਹੀਂ ਤੇ ਕਿਉਂ ਫਜ਼ੂਲ ਦੇ ਵਿੱਚ ਪ੍ਰਾਣ ਗਵਾਉਂਦੇ ਹੋ ਜੀ। दया सिंह परमयो तिस जानियो, ते तीरज दे बाद बखानियो। ਭਾਈ ਦਇਆ ਸਿੰਘ ਨੇ ਉਸ ਨੂੰ ਭਟਕਿਆ ਹੋਇਆ ਜਾਣਿਆ ਤੇ ਇਹ ਭਟਕ ਗਿਆ ਹੈ, ਇਹਦਾ ਆਪਣਾ ਹੀ ਇਹਦੇ ਕਾਬੂ ਵਿੱਚ ਨਹੀਂ ਹੈ। ਉਸਨੇ ਕੁਝ ਧੀਰਜ ਭਰੇ ਬਚਨ ਕਹੇ ਜੀ। गुर सर बग्या पलि सब करै, होन हार सोई चित तरੈ। ਭਾਈ ਦਇਆ ਸਿੰਘ ਜੀ ਕਹਿਣ ਲੱਗੇ ਦੁਨੀ ਚੰਦ ਨੂੰ ਕਿ ਗੁਰੂ ਜੀ ਸਰਬ ਸਮਰੱਥ ਹਨ, ਉਹ ਸਭ ਪ੍ਰਕਾਰ ਭਲੀ ਹੀ ਕਰਨਗੇ। ਤੂੰ ਹੁਣ ਜ਼ਿਆਦਾ ਘਬਰਾ ਨਾ, ਜੋ ਹੋਣਾ ਹੈ ਉਹੀ ਚਿੱਤ ਵਿੱਚ ਧਾਰਨ ਕਰਦੇ ਹਨ ਜੀ। नरक नतन के कृत में बने, रहो अनुसारी आनंद सने। ਉਹਨਾਂ ਦੀ ਕਿਰਤ ਵਿੱਚ ਤਰਕ ਕਰਨਾ ਨਹੀਂ ਬਣਦਾ ਹੈ। ਆਨੰਦ ਸਹਿਤ ਉਹਨਾਂ ਦੀ ਆਗਿਆ ਅਨੁਸਾਰ ਰਹੋ ਜੀ। हुक्म करे सो मानो भलो, जिम तोरे मम तिम ही चलो। ਜੋ ਗੁਰੂ ਸਾਹਿਬ ਜੀ ਹੁਕਮ ਕਰਦੇ ਹਨ ਉਹ ਮੰਨਣਾ ਹੀ ਭਲਾ ਹੈ। ਤੇ ਨਾਲ ਆਖਿਆ ਜਿਵੇਂ ਰਾਹ ਵਿੱਚ ਤੋਰਦੇ ਹਨ ਉਸੇ ਤਰ੍ਹਾਂ ਚੱਲੋ ਜੀ। हिम सोने उठ अपरन टिक गयो, इस विद ही सो पाकत पयो। ਇਸ ਤਰ੍ਹਾਂ ਭਾਈ ਦਇਆ ਸਿੰਘ ਜੀ ਪਾਸੋਂ ਉੱਠ ਕੇ ਫਿਰ ਹੋਰਨਾਂ ਦੇ ਕੋਲ ਵੀ ਗਿਆ ਦੁਨੀ ਚੰਦ। ਇਸ ਪ੍ਰਕਾਰ ਹੀ ਉਹਨਾਂ ਨੂੰ ਜਾ ਕੇ ਕਹਿਣ ਲੱਗਾ ਜੀ। धर्म सिंह साहिब सिंह पासे, मोहकम सिंह समीप प्रकाशे। ਇਹ ਪੰਜ ਪਿਆਰੇ ਸਨ ਜਿਹੜੇ ਗੁਰੂ ਸਾਹਿਬ ਜੀ ਦੇ। ਅਸਲ ਵਿੱਚ ਦੁਨੀ ਚੰਦ ਉਹਨਾਂ ਦੇ ਕੋਲ ਗਿਆ। ਭਾਈ ਦਇਆ ਸਿੰਘ ਜੀ ਪਾਸੋਂ ਉੱਠ ਕੇ ਭਾਈ ਧਰਮ ਸਿੰਘ ਜੀ ਪਾਸ, ਭਾਈ ਸਾਹਿਬ ਸਿੰਘ ਜੀ ਪਾਸ, ਭਾਈ ਮੋਹਕਮ ਸਿੰਘ ਜੀ ਪਾਸ, ਸਾਰਿਆਂ ਦੇ ਕੋਲ ਜਾ ਕਰਕੇ ਇਹੀ ਗੱਲ ਕਹੀ ਹੈ ਜੀ। पंचो मुकटे सिंह जो वीर, पेद करन पाखे सब तीर। ਫਿਰ ਪੰਜ ਮੁਕਤੇ ਜਿਹੜੇ ਸਿੰਘ ਸੂਰਬੀਰ ਸਨ। ਪੰਜ ਮੁਕਤੇ ਤੋਂ ਭਾਵ ਹੈ ਕਿ ਜਿਨ੍ਹਾਂ ਨੇ ਇਹਨਾਂ ਪੰਜਾਂ ਪਿਆਰਿਆਂ ਤੋਂ ਬਾਅਦ ਉੱਠ ਕੇ ਕਿਹਾ ਸੀ ਕਿ ਸਾਡੇ ਵੀ ਸੀਸ ਲੈ ਲਓ, ਤੇ ਗੁਰੂ ਸਾਹਿਬ ਨੇ ਕਿਹਾ ਸੀ ਕਿ ਮੈਨੂੰ ਪੰਜ ਹੀ ਚਾਹੀਦੇ ਸਨ। ਤੁਸੀਂ ਆਏ ਹੋ, ਤੁਹਾਡਾ ਆਦਰ ਮਾਣ ਸਤਿਕਾਰ ਕਰਦੇ। ਉਹਨਾਂ ਨੂੰ ਮੁਕਤਿਆਂ ਦਾ ਖਿਤਾਬ ਦਿੱਤਾ, ਉਹਨਾਂ ਨੂੰ ਅੰਮ੍ਰਿਤ ਪਾਨ ਕਰਾਇਆ ਪੰਜਾਂ ਪਿਆਰਿਆਂ ਤੋਂ ਬਾਅਦ। ਤੇ ਉਹਨਾਂ ਦੇ ਜਿਹੜੇ ਸਿੰਘ ਲਾ ਕੇ ਨਾਮ ਹੋਏ, ਭਾਈ ਟਹਿਲ ਸਿੰਘ ਜੀ, ਭਾਈ ਫਤਿਹ ਸਿੰਘ ਜੀ, ਭਾਈ ਈਸ਼ਰ ਸਿੰਘ ਜੀ, ਭਾਈ ਰਾਮ ਸਿੰਘ ਜੀ, ਭਾਈ ਦੇਵਾ ਸਿੰਘ ਜੀ। ਇਹ ਦੁਨੀ ਚੰਦ ਫਿਰ ਉਹਨਾਂ ਦੇ ਕੋਲ ਗਿਆ ਹੈ। ਉਹਨਾਂ ਨੂੰ ਗੁਰੂ ਜੀ ਤੋਂ ਪਾੜਨ ਦੀ ਇਹਨੇ ਪੂਰੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੂੰ ਵੀ ਕਿਹਾ ਵੀ ਤੁਸੀਂ ਭੀਮ ਚੰਦ ਦੇ ਨਾਲ ਰਲ ਜਾਓ, ਉਹਦੇ ਨਾਲ ਸੁਲਾਹ ਕਰ ਲਓ, ਦੂਤ ਭੇਜੋ। ਇਹ ਸਾਰੀਆਂ ਗੱਲਾਂ ਕਹੀਆਂ ਹਨ ਜੀ। आछी बात मेल करवाओ, नाहित गुर तैयार पिलाओ। ਕਹਿੰਦੇ ਇਹੋ ਚੰਗੀ ਗੱਲ ਹੈ ਕਿ ਭੀਮ ਚੰਦ ਦੇ ਨਾਲ ਮੇਲ ਕਰ ਲਓ, ਨਹੀਂ ਤਾਂ ਗੁਰੂ ਜੀ ਨੂੰ ਛੱਡ ਕੇ ਭੱਜ ਜਾਵੋ ਜੀ। होत प्रभात न बाच्यो जाए, अब करिए
ਜਾਏ ਉਪਾਏ। ਕਹਿੰਦੇ ਜਦੋਂ ਸਵੇਰ ਹੋ ਗਈ ਨਾ ਫਿਰ ਬਚਿਆ ਨਹੀਂ ਜਾਵੇਗਾ। ਹੁਣੇ ਕਰੋ ਜੋ ਉਪਾਅ ਬਣ ਜਾਵੇ। ਇਸ ਤਰ੍ਹਾਂ ਭੀਮ ਚੰਦ ਰਾਜੇ ਤੋਂ, ਕੇਸਰੀ ਚੰਦ ਰਾਜੇ ਤੋਂ, ਉਸ ਮਸਤ ਹਾਥੀ ਤੋਂ ਦੁਨੀ ਚੰਦ ਡਰ ਗਿਆ ਹੈ ਤੇ ਜਾ ਕਰਕੇ ਵਾਰੀ ਸਿੰਘਾਂ ਨੂੰ ਇਹ ਕਹਿ ਰਿਹਾ ਹੈ ਕਿ ਤੁਸੀਂ ਭੀਮ ਚੰਦ ਦੇ ਨਾਲ ਸੁਲ੍ਹਾ ਕਰ ਲਓ। ਉਹਨੂੰ ਕਹੋ ਦੂਤ ਭੇਜ ਕੇ ਕਿ ਅਸੀਂ ਤੇਰੇ ਨਾਲ ਹਾਂ, ਗੁਰੂ ਜੀ ਦੇ ਨਾਲ ਵੀ ਸੁਲ੍ਹਾ ਕਰਵਾ ਦਿਓ। ਜੇ ਗੁਰੂ ਜੀ ਮੰਨਦੇ ਤੇ ਤਾਂ ਰਹੋ, ਨਹੀਂ ਤੇ ਭੱਜ ਜਾਵੋ। ਅੱਜ ਮੇਰੀ ਵਾਰੀ ਆਈ ਹੈ, ਕੱਲ੍ਹ ਨੂੰ ਤੁਹਾਡੀ ਵੀ ਆਏਗੀ। ਇਸ ਤਰ੍ਹਾਂ ਹੁਣ ਦੁਨੀ ਚੰਦ ਜਿਹੜਾ ਉਹ ਰਾਤ ਨੂੰ ਭੱਜ ਜਾਵੇਗਾ। ਇਹ ਪ੍ਰਸੰਗ ਅੱਗੇ ਆਵੇਗਾ। ਫਿਰ ਗੁਰੂ ਸਾਹਿਬ ਜੀ ਭਾਈ ਬਚਿੱਤਰ ਸਿੰਘ ਨੂੰ ਤਿਆਰ ਕਰਨਗੇ, ਉਹ ਫਿਰ ਹਾਥੀ ਦਾ ਸਿਰ ਭੰਨੇਗਾ। ਇਹ ਸਾਰਾ ਪ੍ਰਸੰਗ ਅੱਗੇ ਆਵੇਗਾ। ਹੋਈਆਂ ਭੁੱਲਾਂ ਦੀ ਖਿਮਾ। ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।